ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਮੈਂ ਦਵਿੰਦਰ ਮੰਡ। ਮੇਰੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਪੂਜਾ ਸੰਧੂ ਜੀ ਤੇ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ ਗੱਲ ਪੰਜਾਬ ਦੀ। ਸਤਿ ਸ਼੍ਰੀ ਅਕਾਲ ਪੂਜਾ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਮੈਂ ਠੀਕ ਠਾਕ, ਚੜ੍ਹਦੀ ਕਲਾ, ਬਿਲਕੁਲ ਠੀਕ ਆ। ਪਰ ਜੇ ਹੁਣ ਆਪਾਂ ਗੱਲ ਕਰੀਏ ਆਪਣੇ ਪੰਜਾਬ ਦੀ, ਸਾਡੇ ਪੰਜਾਬ ਦੇ ਹਾਲਾਤ ਬਹੁਤੇ ਠੀਕ ਨਹੀਂ। ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ ਕਿ ਸਾਡੇ ਪੰਜਾਬ ਦੇ ਹਾਲਾਤ ਪਿਛਲੇ ਕਾਫੀ ਮਹੀਨਿਆਂ ਤੋਂ ਚੰਗੇ ਨਹੀਂ ਚੱਲ ਰਹੇ ਨੇ ਤੇ ਆਉਣ ਵਾਲਾ ਸਮਾਂ ਵੀ ਜਿਹੜਾ ਸਾਨੂੰ ਕੁਝ ਚੰਗਾ ਨਹੀਂ ਦਿਖ ਰਿਹਾ ਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਹੋਰ ਕਿੰਨਾ ਸਮਾਂ ਸਾਨੂੰ ਇਦਾਂ ਹੀ ਸੰਘਰਸ਼ ਜਿਹੜਾ ਆ ਉਹ ਕਰਦੇ ਰਹਿਣਾ ਪੈਣਾ। ਤੇ ਤੁਸੀਂ ਦੇਖੋ ਕਿ ਇਹ ਜਿਹੜਾ ਅੰਦੋਲਨ ਆ, ਸਾਡਾ ਕਿਸਾਨੀ ਸੰਘਰਸ਼ ਆ, ਇਹ ਕਦੋਂ ਸ਼ੁਰੂ ਹੋਇਆ ਸੀ ਤੇ ਕਿੰਨੇ ਮਹੀਨੇ ਹੋ ਚੁੱਕੇ ਨੇ ਸੰਘਰਸ਼ ਨੂੰ ਚੱਲਦੇ ਹੋਏ। ਬਿਲਕੁਲ। ਜੇਕਰ ਅਸੀਂ ਗੱਲ ਕਰਦੇ ਹਾਂ ਹਾਲਾਤਾਂ ਦੀ, ਹਾਲਾਤ ਅਸੀਂ ਦਿੱਲੀ ਜਾ ਕੇ ਦੇਖ ਕੇ ਆਏ ਆ, ਉੱਥੇ ਗਏ ਆ, ਲੋਕਾਂ ਨਾਲ ਗੱਲਬਾਤ ਕੀਤੀ ਆ, ਗਰਾਊਂਡ ਲੈਵਲ ਤੋਂ ਰਿਪੋਰਟ ਲੈ ਕੇ ਆਏ ਆ ਤੇ ਉਹ ਦਰਸ਼ਕਾਂ ਨਾਲ ਅਸੀਂ ਅੱਜ ਸਾਂਝੀ ਕਰਾਂਗੇ ਇਸੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਸਾਨੂੰ ਬਾਹਰੋਂ ਦੇਖਣ ਨੂੰ ਹਾਲਾਤ ਇਦਾਂ ਲੱਗਦੇ ਨੇ ਕਿ ਬਹੁਤ ਚੰਗਾ ਚੱਲ ਰਿਹਾ ਸਾਰਾ ਕੁਝ, ਬੜੇ ਸੁਚੱਜੇ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਆ। ਉੱਥੇ ਕਿਸੇ ਨੂੰ ਕੋਈ ਸ਼ਾਇਦ ਤਕਲੀਫ ਨਹੀਂ ਹੈ, ਉੱਥੇ ਸਾਰਿਆਂ ਦਾ ਦਿਨ ਵਧੀਆ ਨਿਕਲ ਰਿਹਾ ਆ, ਲੋਕੀ ਇੰਨੇ ਦਿਨਾਂ ਤੋਂ ਗਏ ਨੇ, ਰਾਸ਼ਨ ਪਾਣੀ ਦੀ ਕੋਈ ਕਮੀ ਨਹੀਂ ਹੈਗੀ ਆ। ਸੋ ਮੈਂ ਇੱਕ ਇੱਥੇ ਗੱਲ ਦੱਸਣਾ ਚਾਹੂੰਗੀ ਕਿਉਂਕਿ ਅਸੀਂ ਜੋ ਉੱਥੇ ਗਰਾਊਂਡ ਲੈਵਲ ਤੇ ਦੇਖ ਕੇ ਆਏ ਆ ਤੇ ਬਾਹਰੋਂ ਦੇਖਣ 'ਚ ਤਸਵੀਰਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ, ਬਹੁਤ ਜ਼ਿਆਦਾ ਅੰਤਰ ਹੈ। ਕਿਉਂਕਿ ਉੱਥੇ ਦੇ ਲੋਕ ਜਿਹੜੇ ਨੇ ਆਪਣਾ ਦਿਨ ਕਿਵੇਂ ਗੁਜ਼ਾਰ ਰਹੇ ਨੇ ਉਹਦੇ ਨਾਲ ਜਦੋਂ ਅਸੀਂ ਉੱਥੇ ਪਹੁੰਚੇ ਆ, ਗੱਲਬਾਤ ਕੀਤੀ ਆ ਲੋਕਾਂ ਦੇ ਨਾਲ ਤੇ ਉਹ ਗੱਲ ਅਸੀਂ ਜਾਣੀ ਹੈ ਤੇ ਸਾਨੂੰ ਆਪ ਨੂੰ ਬੜਾ ਦੁੱਖ ਹੋਇਆ, ਅੰਦਰ ਸਾਡੇ ਦਰਦ ਭਰਿਆ ਉਸ ਗੱਲ ਨੂੰ ਲੈ ਕੇ, ਕਿਉਂਕਿ ਉੱਥੇ ਰਹਿਣਾ ਕੋਈ ਸੌਖੀ ਗੱਲ ਨਹੀਂ ਹੈਗੀ ਆ। ਪਰ ਇੱਕ ਗੱਲ ਬਹੁਤ ਸੋਹਣੀ ਆ ਉੱਥੇ ਦੀ ਕਿ ਤੁਸੀਂ ਜਿਸ ਨੂੰ ਵੀ ਮਿਲਦੇ ਹੋ, ਭਾਵੇਂ ਬੱਚਾ ਹੈ, ਭਾਵੇਂ ਨੌਜਵਾਨ ਹੈ ਤੇ ਭਾਵੇਂ ਬਜ਼ੁਰਗ ਹੈ, ਜਿਹਨੂੰ ਵੀ ਮਿਲਦੇ ਹੋ ਨਾ, ਤੁਸੀਂ ਪੁੱਛਦੇ ਹੋ ਵੀ ਕਿਵੇਂ ਹੋ ਤੇ ਉਹ ਹਮੇਸ਼ਾ ਇੱਕੋ ਹੀ ਗੱਲ 'ਚ ਜਵਾਬ ਆਉਂਦਾ, ਤੁਹਾਡਾ ਚੜ੍ਹਦੀ ਕਲਾ 'ਚ। ਚੜ੍ਹਦੀ ਕਲਾ ਜੀ, ਬਿਲਕੁਲ। ਬੱਚੇ ਨੂੰ ਵੀ ਪੁੱਛ ਲਓ ਵੀ ਤੁਹਾਡਾ ਹਾਲ ਕਿਵੇਂ, ਠੀਕ ਠਾਕ ਹੋ, ਘਰ ਕਿਵੇਂ ਠੀਕ ਠਾਕ ਹੋ, ਜਾਂ ਬਜ਼ੁਰਗਾਂ ਨੂੰ ਪੁੱਛ ਲਓ ਕਿ ਸਾਡੀਆਂ ਸਿਹਤਾਂ ਕਿਵੇਂ ਆ, ਤੁਸੀਂ ਠੀਕ ਠਾਕ ਹੋ, ਹਮੇਸ਼ਾ ਇੱਕੋ ਲਫ਼ਜ਼ ਕਹਿੰਦੇ ਨੇ, ਚੜ੍ਹਦੀ ਕਲਾ, ਪੂਰਾ ਜੋਸ਼ ਹੈ, ਪੂਰਾ ਹੋਸ਼ ਹੈ। ਇਹ ਗੱਲ ਸਹੀ ਹੈ ਤੇ ਅਸੀਂ ਅੱਜ ਉਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜੀਆਂ ਕਿ ਅਸੀਂ ਉਹਨਾਂ ਦੇ ਵਿੱਚ ਵਿਚਰ ਕੇ ਸੁਣ ਕੇ ਆਏ ਆ, ਦੇਖ ਕੇ ਆਏ ਆ। ਬਹੁਤ ਸਾਰੀਆਂ ਕਹਾਣੀਆਂ ਨੇ ਉੱਥੇ ਦੀਆਂ, ਨਿੱਕੀਆਂ ਨਿੱਕੀਆਂ ਕਹਾਣੀਆਂ ਜਿਹੜੀਆਂ ਕਿ ਸਾਡੇ ਪੰਜਾਬ ਦੇ ਪਿੰਡਾਂ ਤੋਂ ਸ਼ੁਰੂ ਹੋਈਆਂ ਨੇ ਤੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਜਾ ਕੇ ਉਹ ਕਹਾਣੀਆਂ ਸਾਡੇ ਨਾਲ ਵੀ ਸਾਂਝੀਆਂ ਹੋ ਰਹੀਆਂ ਨੇ ਤੇ ਉੱਥੇ ਬੈਠੇ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਵੀ ਸਾਂਝੀਆਂ ਹੋ ਰਹੀਆਂ ਨੇ। ਇੱਕ ਵਾਰੀ ਮੈਂ ਉੱਥੇ ਗਈ, ਜਦੋਂ ਮੈਂ ਸੁਣਿਆ ਤੇ ਇੱਕ ਕਹਾਣੀ ਪੜ੍ਹ ਰਹੀ ਸੀ, ਕਹਾਣੀ ਨਹੀਂ ਹੈ, ਇਹ ਸੱਚ। ਦੋ ਜਿਹੜੇ ਪੰਜਾਬ ਦੇ ਕਿਸਾਨ ਸੀਗੇ, ਪੰਜਾਬ ਦੇ ਪਿੰਡ ਦੇ ਵਿੱਚ ਜਦੋਂ ਲੜਦੇ ਸੀ ਔਰ ਇੱਕ ਵੱਟ ਦਾ ਪੰਗਾ ਸੀ ਉਹਨਾਂ ਦਾ ਕਿ ਵੀ ਵੱਟ ਦਾ ਰੌਲਾ, ਹਾਂਜੀ, ਵੱਟ ਦਾ ਰੌਲਾ ਸੀਗਾ ਉਹਨਾਂ ਦਾ ਤੇ ਕੇਸ ਇੱਕ ਦੂਜੇ ਦੇ ਉੱਤੇ ਕੀਤਾ ਹੋਇਆ ਸੀਗਾ ਦੋਨਾਂ ਨੇ। ਤੇ ਜਦੋਂ ਉੱਥੇ ਗਏ ਨੇ, ਸਵੇਰੇ ਚਾਹ ਪੁੱਛ ਰਹੇ ਨੇ ਫਿਰ ਉਸ ਤੋਂ ਬਾਅਦ ਲੰਗਰ ਪੁੱਛ ਰਹੇ ਨੇ ਵੀ ਤੁਸੀਂ ਪ੍ਰਸ਼ਾਦਾ ਛਕੋਗੇ ਤੇ ਉਸ ਤੋਂ ਬਾਅਦ ਦੋਨਾਂ ਜਣਿਆਂ ਨੇ ਫੈਸਲਾ ਕੀਤਾ ਕਿ ਬਾਈ ਜੋ ਮਰਜ਼ੀ ਹੋ ਜੇ, ਜਿਸ ਦਿਨ ਅਸੀਂ ਇੱਥੋਂ ਦਿੱਲੀ ਤੋਂ ਵਾਪਸ ਗਏ ਪੰਜਾਬ ਨੂੰ ਨਾ, ਸਭ ਤੋਂ ਪਹਿਲਾਂ ਤਾਂ ਇੱਕ ਦੂਜੇ ਦੇ ਉੱਤੋਂ ਕੇਸ ਵਾਪਸ ਲਵਾਂਗੇ। ਸੋ ਇਦਾਂ ਦੀਆਂ ਖੂਬਸੂਰਤ ਤਸਵੀਰਾਂ, ਖੂਬਸੂਰਤ ਕਹਾਣੀਆਂ ਸਾਨੂੰ ਉੱਥੇ ਦੇਖਣ ਤੇ ਸੁਣਨ ਨੂੰ ਮਿਲ ਰਹੀਆਂ ਨੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿਸਾਨੀ ਅੰਦੋਲਨ ਦੀ ਕਿ ਕਿਸਾਨੀ ਅੰਦੋਲਨ ਤਾਂ ਹਰ ਕੋਈ ਕਹਿ ਰਿਹਾ, ਸਭ ਨੂੰ ਪਤਾ ਆ, ਪਰ ਇਸ ਨੂੰ ਜਿਹੜੀ ਇਸ ਦੀ ਵਿਆਖਿਆ ਆ ਉਹ ਕਰਨੀ ਜ਼ਰੂਰੀ ਹੈ, ਲੋਕਾਂ ਤੱਕ ਇਹ ਗੱਲ ਪਹੁੰਚਣੀ ਜ਼ਰੂਰੀ ਹੈ ਕਿ ਅਸਲ ਦੇ ਵਿੱਚ ਇਹ ਹੈ ਕੀ ਹੈ। ਕਿਸਾਨੀ ਅੰਦੋਲਨ ਸੰਘਰਸ਼ ਜਿਹੜਾ ਸ਼ੁਰੂ ਹੋਇਆ ਸੀ ਸਾਡੇ ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਸੀਗਾ ਤੇ ਪੰਜਾਬ ਚੋਂ ਸ਼ੁਰੂ ਹੋ ਕੇ ਦਿੱਲੀ ਦੀਆਂ ਸੜਕਾਂ ਤੱਕ ਪਹੁੰਚਿਆ ਆ। ਸੈਂਟਰ ਸਰਕਾਰ ਜਿਹੜੀ ਇੱਕ ਵਾਰੀ ਹਿਲਾ ਕੇ ਰੱਖ ਦਿੱਤੀ ਹੈ ਸਾਡੇ ਕਿਸਾਨਾਂ ਨੇ ਤੇ ਇਹ ਡਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਸਾਨੂੰ ਦੇਖਣ ਨੂੰ ਹੁਣ ਮਿਲ ਵੀ ਰਿਹਾ ਆ, ਹੈ ਨਾ। ਤੇ ਜਦੋਂ ਇੱਥੇ ਧਰਨੇ ਲੱਗ ਰਹੇ ਸੀਗੇ ਲਗਾਤਾਰ, ਤੁਸੀਂ ਦੇਖੋ ਬਈ ਦਿਨਾਂ ਦੇ ਹਿਸਾਬ ਦੇ ਨਾਲ ਧਰਨੇ ਲੱਗੇ ਨੇ, ਪੰਜਾਬ ਬੰਦ ਰਹੇ ਨੇ, ਫਿਰ ਰੇਲਾਂ ਬੰਦ ਰਹੀਆਂ ਨੇ। ਉਸ ਤੋਂ ਬਾਅਦ ਜਦੋਂ ਸੁਣਵਾਈ ਨਹੀਂ ਹੋਈ, ਇੱਥੇ ਦੀਆਂ ਮੀਟਿੰਗਾਂ ਦੇ ਵਿੱਚ ਜਦੋਂ ਕੋਈ ਹੱਲ ਨਹੀਂ ਨਿਕਲਿਆ, ਫਿਰ ਸਾਡੇ ਕਿਸਾਨ ਵੀਰਾਂ ਨੇ, ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਇਹ ਲੜਾਈ ਜਿਹੜੀ ਹੈ ਹੁਣ ਸ਼ਾਇਦ ਪੰਜਾਬ ਦੇ ਵਿੱਚ ਰਹਿ ਕੇ ਜਿੱਤੀ ਨਹੀਂ ਜਾ ਸਕਦੀ ਤੇ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਦੇ ਸੰਘਰਸ਼ ਦੀ ਤਿਆਰੀ ਸ਼ੁਰੂ ਕੀਤੀ ਤੇ ਫਿਰ ਦਿੱਲੀ ਵੱਲ ਨੂੰ ਕੂਚ ਕੀਤਾ। ਤੇ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਜੀ, ਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਵਾਪਸ ਆਉਣੇ ਆ ਤੇ ਗੱਲਬਾਤ ਆਪਣੀ ਜਾਰੀ ਰੱਖਾਂਗੇ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਗੱਲ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ। ਪੂਜਾ ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਇਹ ਜਿਹੜਾ ਅੰਦੋਲਨ ਆ, ਇਹ ਜਿਹੜਾ ਕਿਸਾਨੀ ਘੋਲ ਆ, ਪੰਜਾਬ ਵਿੱਚੋਂ ਸ਼ੁਰੂ ਹੋਇਆ, ਪੰਜਾਬ ਵਿੱਚ ਜਾ ਕੇ ਦਿੱਲੀ ਪਹੁੰਚਿਆ,
ਪਰ ਉੱਥੇ ਜਾ ਕੇ ਇੱਕ ਹਰਿਆਣਾ, ਰਾਜਸਥਾਨ, ਯੂਪੀ ਸਾਰੇ ਕਿਸਾਨ ਉੱਥੇ ਇਕੱਠੇ ਹੋ ਗਏ। ਇੱਕ ਇਹ ਵੀ ਰੌਲਾ ਸੀ ਕਿ ਇਕੱਠੇ ਨਹੀਂ ਹੋ ਸਕਦੇ, ਇਹ ਇਦਾਂ ਨਹੀਂ ਉਦਾਂ ਨਹੀਂ, ਪਾਣੀ ਦਾ ਵੀ ਰੌਲਾ ਸੀ, ਕਈ ਹੋਰ ਰੌਲੇ ਸੀ। ਪਰ ਉੱਥੇ ਜਾ ਕੇ ਪੂਰੇ ਇੱਕ ਭਰਾ ਬਣ ਗਏ, ਭਰਾ ਹੈਗੇ ਸੀ, ਬਣ ਵੀ ਗਏ ਤੇ ਰਹਿਣਗੇ ਵੀ। ਔਰ ਹਰਿਆਣਾ ਵਾਲਿਆਂ ਨੇ ਵੀ ਗੱਲ ਕਹੀ ਹੈ ਕਿ ਪੰਜਾਬ ਜਿਹੜਾ ਸਾਡਾ ਵੱਡਾ ਭਾਈ ਆ। ਇਹ ਗੱਲ ਤਾਂ ਤੁਹਾਡੀ ਸੱਚ ਹੈ ਤੇ ਇਹ ਖੂਬਸੂਰਤ ਨਜ਼ਾਰੇ ਸਾਨੂੰ ਉੱਥੇ ਜਾ ਕੇ ਦੇਖਣ ਨੂੰ ਮਿਲਦੇ ਨੇ। ਤੇ ਨਾਲ ਹੀ ਨਾਲ ਹੁਣ ਮੈਂ ਵੀਡੀਓ ਇੱਕ ਦਿਖਾਉਣੀ ਚਾਹੂੰਗੀ ਸਾਡੇ ਦਰਸ਼ਕਾਂ ਨੂੰ, ਕਿਉਂਕਿ ਉਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਉੱਥੇ ਜਿਹੜੇ ਫੌਜੀ ਜਵਾਨ ਪਹੁੰਚੇ ਹੋਏ ਨੇ ਉਹਨਾਂ ਦਾ ਕੀ ਕਹਿਣਾ ਆ। ਨੌਕਰੀਆਂ ਦਾ ਸਵਾਲ ਜੇ ਗੱਲ ਆਪਾਂ ਕਰੀਏ ਤਾਂ ਪਹਿਲਾਂ ਵੀ ਵੋਟਾਂ ਤੋਂ ਪਹਿਲਾਂ ਵੀ ਇਹ ਗੱਲ ਹੋਈ ਸੀ ਕਿ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਸਾਨੂੰ ਵੀ ਪਤਾ ਕਿ ਸਾਡੇ ਇੰਡੀਆ ਦੇ ਹਾਲਾਤ ਕੀ ਨੇ, ਬੱਚੇ ਪੜ੍ਹ ਵੀ ਰਹੇ ਨੇ ਪਰ ਐਜੂਕੇਸ਼ਨ ਸਿਸਟਮ ਤੁਸੀਂ ਦੇਖ ਲਓ ਕਿ ਅੱਗੇ ਜਾ ਕੇ ਨੌਕਰੀਆਂ ਦਾ ਦੇਖੋ ਬੀਬੀ, ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਧੀਏ, ਉਦੋਂ ਬਸ ਲੋਲੀਪੌਪ ਹੈ, ਮੈਂ ਤੇਰੇ ਘਰ ਨੂੰ, ਤੇਰੇ ਪਰਿਵਾਰ ਨੂੰ, ਤੇਰੇ ਪੈਸੇ ਮੈਂ ਇਹ ਕਰ ਦੂੰ, ਕਰਜ਼ਾ ਮਾਫ ਕਰ ਦੂੰ। ਹੋਇਆ ਨਹੀਂ ਹੈ, ਗੁਟਕਿਆਂ ਦੀ ਕਸਮਾਂ ਖਾਧੀਆਂ ਔਰ ਪਤਾ ਨਹੀਂ ਕੀ ਕੀਤਾ। ਤੇ ਹੁਣ ਵੀ 2022 ਆ ਗਿਆ, ਵੇਖੋ ਸਾਡੇ ਘਰਾਂ 'ਚ ਕਿਵੇਂ ਆਉਂਦੇ ਆ, ਸਾਡੇ ਘਰਾਂ 'ਚ ਆ ਕੇ ਸਾਡੇ ਕਰਜ਼ੇ ਮਾਫ ਕਰਨਗੇ, ਮੁੜ ਕੇ ਬੜਾ ਕੁਝ ਸਾਨੂੰ ਲੋਲੀਪੌਪ ਦੇ ਕੇ ਸਾਡੇ ਪਰਿਵਾਰ ਨੂੰ ਨੌਕਰੀਆਂ ਦਵਾ ਕੇ ਤੇ ਮੁੜ ਕੇ ਖਾਲੀ ਤੇ ਖਾਲੀ। ਸਾਡੀ ਆਮ ਜਨਤਾ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਹੈਗੀ, ਕਿਉਂਕਿ ਹਰ ਵਾਰੀ ਇਹ ਹਾਲ ਹੁੰਦੇ ਨੇ, ਹਰ ਵਾਰੀ ਸਰਕਾਰਾਂ ਅਸੀਂ ਚੁਣਦੇ ਆ ਤੇ ਮੁੜ ਕੇ ਫਿਰ ਸਰਕਾਰਾਂ ਸਾਡਾ ਇਹ ਹਾਲ ਕਰ। ਦੇਖੋ ਜੀ, ਸਰਕਾਰਾਂ ਨੂੰ ਇਹ ਪਤਾ ਹੀ ਨਹੀਂ ਸੀ ਇਹ ਭੋਲੇ ਲੋਕਾਂ ਬਾਰੇ। ਅਸਲ ਗੱਲ ਇਹ ਹੈ ਕਿਉਂ ਇਹ ਭੋਲੇ ਸੀ, ਜਦੋਂ ਸਾਡੇ ਬੱਚੇ, ਸਾਡਾ ਯੂਥ, ਸਾਡੇ ਬਜ਼ੁਰਗਾਂ ਨੂੰ ਤਾਂ ਹੋਸ਼ ਸੀ ਜਿਨ੍ਹਾਂ ਨੇ ਇਹ ਖੇਤੀ ਜਾਣੀ ਅੱਜ ਤਾਈਂ ਖੇਤੀ ਕਰਦੇ ਸੀ, ਖੇਤੀ ਨਾਲ ਜੁੜੇ ਆ। ਜਿਹੜਾ ਸਾਡੇ ਬੱਚੇ ਸੀ ਨਾ ਉਹਨਾਂ ਨੂੰ ਕੁਝ ਹੱਦ ਤੱਕ ਨਹੀਂ ਸੀ ਪਤਾ। ਅੱਜ ਇਹ ਸੰਘਰਸ਼ ਨੇ, ਦਿੱਲੀ ਸਰਕਾਰ ਨੇ ਉਹਨਾਂ ਬੱਚਿਆਂ ਨੂੰ ਸਤਰਕ ਕਰਤਾ ਕਿ ਖੇਤੀ ਬਿੱਲਾਂ ਦੇ ਬਾਰੇ ਆਹ ਕਾਨੂੰਨ ਆ ਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰੋਗੇ। ਉਹਨਾਂ ਦਾ ਇੱਕੋ ਸਵਾਲ ਹੈ ਜੀ, ਅਸੀਂ ਖੇਤੀ ਵਿੱਚ ਬਿੱਲ ਵਾਪਸ ਕਰਾਵਾਂਗੇ, ਅਸੀਂ ਜ਼ਮੀਨ ਤੇ ਆਪਦੀ ਦੇ ਹਲ ਵਾਵਾਂਗੇ, ਵਾਹੁੰਦੇ ਰਵਾਂਗੇ, ਮਰ ਜਾਾਂਗੇ, ਪਰ ਬਿੱਲ ਪਾਸ ਨਹੀਂ ਕਰਾਉਣ ਦੇਵਾਂਗੇ। ਸਰਕਾਰ ਦਾ ਕਹਿਣਾ ਹੈ ਕਿ ਇਹ ਜਿਹੜੇ ਬਿੱਲ ਨੇ ਉਹ ਤਾਂ ਕਿਸਾਨਾਂ ਦੇ ਹਿੱਤਾਂ ਦੇ ਲਈ ਬਣਾਏ ਗਏ ਨੇ। ਦੇਖੋ ਜੀ ਗੱਲ ਸੁਣੋ, ਉਹ ਰੋਜ਼ ਹੀ ਉਹ ਜਿਹੜੇ ਮਿਨਿਸਟਰ ਬਣ ਗਏ ਆ ਉਹ ਕਹਿੰਦੇ ਇਹ ਕਿਸਾਨ ਹੀ ਨਹੀਂ ਹੈ, ਕੋਈ ਕਹਿੰਦਾ ਅੱਤਵਾਦੀ, ਕੋਈ ਆਂਦਾ ਵੱਖਵਾਦੀ। ਇਹ ਫੰਡਿੰਗ ਕਿੱਥੋਂ ਹੁੰਦੀ ਹੈ? ਇਹ ਫੰਡਿੰਗ ਹੁੰਦੀ ਹੈ ਜੀ ਪਾਕਿਸਤਾਨ ਚੋਂ। ਉੱਥੋਂ ਦਾ ਬੰਦਾ ਹੈਗਾ ਉਹਦਾ ਮੈਂ ਨਾਂ ਲੈ ਦਿੰਦਾ, ਠੀਕ ਹੈ ਨਾ ਜੀ। ਇਹ ਨਨਕਾਣਾ ਸਾਹਿਬ ਤੋਂ ਇਹ ਲੰਗਰ ਆਉਂਦਾ, ਇਹ ਫੰਡਿੰਗ ਆਉਂਦਾ ਉੱਥੋਂ, ਬਾਬਾ ਗੁਰੂ ਨਾਨਕ ਦੇਵ ਜੀ ਦੇ 20 ਰੁਪਈਆਂ ਦੀ ਪਰੰਪਰਾ ਚਲਾਈ ਸੀ ਜੋ ਸਦੀਆਂ ਤੱਕ ਚੱਲਦੀ ਰਹੂਗੀ, ਚੱਲਦੀ ਹੈ ਔਰ ਹੁਣ ਵੀ ਚੱਲੂਗੀ। ਦਵਿੰਦਰ ਜੀ, ਵੀਡੀਓ ਦੇਖੀ ਹੈ ਤੁਸੀਂ? ਜੀ ਬਿਲਕੁਲ ਦੇਖੀ ਹੈ ਤੇ ਸਾਡੇ ਦਰਸ਼ਕਾਂ ਨੇ ਵੀ ਦੇਖ ਲਈ ਹੋਵੇਗੀ ਤੇ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਜਿਹੜੀ ਆ ਉਹ ਚੁੱਭੀ ਵੀ ਹੋਊਗੀ ਤੇ ਉਹਦਾ ਜਵਾਬ ਵੀ ਬੜਾ ਸੋਹਣਾ ਮਿਲਿਆ ਹੋਊਗਾ। ਸਾਡੇ ਸਾਬਕਾ ਫੌਜੀ ਨੇ ਇਹ ਗੱਲ ਕਹੀ ਸੀ ਕਿ ਫੰਡਿੰਗ ਕਿੱਥੋਂ ਆਉਂਦੀ ਹੈ, ਤੇ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਫੰਡਿੰਗ ਆਉਂਦੀ ਹੈ ਪਾਕਿਸਤਾਨ ਤੋਂ। ਤੇ ਪਾਕਿਸਤਾਨ ਦਾ ਨਾਮ ਸੁਣ ਕੇ ਕਈਆਂ ਦੇ ਦਿਲਾਂ 'ਚ ਇਹ ਵੀ ਹੋ ਗਿਆ ਹੋਣਾ ਹੈ ਕਿ ਇਹ ਗੱਲ ਕੀ ਕਹਿ ਰਿਹਾ ਹੈ ਫੌਜੀ ਜਵਾਨ, ਇਹ ਕਿਹੜੀ ਗੱਲ ਹੈ, ਕਿਉਂਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆ। ਸੋ ਬੜੇ ਸਾਰੇ ਲੋਕਾਂ ਦਾ ਬਾਹਰ ਇਹ ਗੱਲ ਕਹਿਣੀ ਸੀਗੀ ਕਿ ਇਹ ਜਿਹੜਾ ਅੰਦੋਲਨ ਚੱਲ ਰਿਹਾ ਇਸ ਨੂੰ ਸੇਵਾ ਕਿੱਥੋਂ ਆ ਰਹੀ ਹੈ, ਇਸ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ, ਲੰਗਰ ਲਈ ਪੈਸੇ ਕਿੱਥੋਂ ਆ ਰਹੇ ਨੇ, ਇੰਨੀਆਂ ਮਸ਼ੀਨਾਂ ਲੱਗ ਗਈਆਂ ਨੇ, ਸਾਰੀਆਂ ਸੁਵਿਧਾਵਾਂ ਉੱਥੇ ਮੌਜੂਦ ਨੇ, ਉਪਲਬਧ ਕਰਵਾਈਆਂ ਜਾ ਰਹੀਆਂ ਨੇ, ਇਹ ਸੇਵਾ ਜਿਹੜੀ ਹੈ, ਇਹ ਪੈਸੇ ਹੈ, ਕਿੱਥੋਂ ਆ ਰਹੇ ਨੇ। ਤੇ ਉਸੇ ਗੱਲ ਦਾ ਜਵਾਬ ਦਿੱਤਾ ਸੀ ਸਾਡੇ ਸਾਬਕਾ ਫੌਜੀ ਨੇ। ਉਹਨਾਂ ਨੇ ਇਹ ਕਿਹਾ ਸੀ ਵੀ ਇਹ ਫੰਡਿੰਗ ਆ ਰਹੀ ਹੈ ਪਾਕਿਸਤਾਨ ਤੋਂ। ਤੇ ਪਾਕਿਸਤਾਨ ਦੇ ਵਿੱਚ ਕੀ ਹੈ? ਸ਼੍ਰੀ ਨਨਕਾਣਾ ਸਾਹਿਬ ਜੀ। ਤੇ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀਗਾ ਤੇ ਉਹ ਪ੍ਰਥਾ ਅੱਜ ਵੀ ਚੱਲਦੀ ਆ ਰਹੀ ਹੈ ਤੇ ਅੱਗੇ ਵੀ ਚੱਲਦੀ ਜਾਵੇਗੀ। ਤੇ ਹੁਣ ਮੈਨੂੰ ਲੱਗਦਾ ਸਭ ਨੂੰ ਪਤਾ ਲੱਗ ਗਿਆ ਹੋਣਾ ਹੈ ਕਿ ਜਿੰਨੇ ਵੀ ਜਿਹੜੇ ਗੋਦੀ ਮੀਡੀਆ ਦਿਖਾ ਰਿਹਾ ਸੀਗਾ ਕਿ ਇਹਨਾਂ ਨੂੰ ਆਤੰਕਵਾਦੀ ਦੱਸ ਰਿਹਾ ਸੀ, ਵੱਖਵਾਦੀ ਦੱਸ ਰਿਹਾ ਸੀਗਾ, ਟੁਕੜੇ ਗੈਂਗ ਦੱਸ ਰਿਹਾ ਸੀ, ਸੋ ਉਹਨਾਂ ਨੂੰ ਹੁਣ ਪਤਾ ਲੱਗਿਆ ਹੋਊਗਾ ਕਿ ਫੰਡਿੰਗ ਕਿੱਥੋਂ ਆ ਰਹੀ ਹੈ। ਅੱਛਾ, ਬੜੀ ਸੋਹਣੀ ਗੱਲ ਆ ਕਿ ਜਦੋਂ ਆਪਾਂ ਇੰਟਰਵਿਊ ਕਰਦੇ ਪਏ ਸੀ ਤੇ ਤੁਹਾਨੂੰ ਲੱਗਦਾ ਸੀ ਕਿ ਜਿਹੜੀ ਇਹ ਗੱਲ ਇਦਾਂ ਕਰਨਗੇ ਕਿ ਜਿਹੜੀ ਫੰਡਿੰਗ ਹੈ ਸਾਨੂੰ ਪਾਕਿਸਤਾਨ ਤੋਂ ਆ ਰਹੀ। ਇੱਕ ਵਾਰ ਤਾਂ ਮੈਂ ਵੀ ਹਿੱਲ ਗਿਆ ਸੀ ਕਿ ਪਾਕਿਸਤਾਨ ਤੋਂ ਆ ਰਹੀ ਹੈ ਜੀ। ਅੱਛਾ, ਉਹਨਾਂ ਨੇ ਫਿਰ ਕਿੱਦਾਂ ਘੁਮਾ ਕੇ ਜਵਾਬ ਦਿੱਤਾ। ਹੋਰ ਵੀ ਬਹੁਤ ਸਾਰੀਆਂ ਖੂਬਸੂਰਤ ਗੱਲਾਂ ਉਹਨਾਂ ਨੇ ਇਹਦੇ ਵਿੱਚ ਕਹੀਆਂ ਨੇ ਸਾਬਕਾ ਫੌਜੀ ਨੇ ਕਿ ਗੁਜਰਾਤ ਦੇ ਵਿੱਚ ਕਿਵੇਂ ਦਾ ਮਾਹੌਲ ਚੱਲਦਾ ਆ, ਉੱਥੇ ਦੇ ਫੌਜੀ ਜਵਾਨ ਕਿਵੇਂ ਰਹਿੰਦੇ ਨੇ, ਸੰਘਰਸ਼ ਲੜਦੇ ਨੇ, ਤੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿ ਤੁਸੀਂ ਦੇਖੀਆਂ ਨੇ, ਹੈਨਾ। ਸੋ ਗੱਲ ਹੁਣ ਆਪਾਂ ਇਹ ਕਰਦੇ ਹਾਂ ਕਿ ਇਸ ਕਿਸਾਨੀ ਅੰਦੋਲਨ ਨੂੰ ਚੱਲਦੇ ਹੋਏ ਇੰਨਾ ਸਮਾਂ ਹੋ ਚੁੱਕਿਆ ਆ ਤੇ ਉੱਥੇ ਦੇ ਹਾਲਾਤ ਅਸੀਂ ਬਿਆਨ ਕਰ ਰਹੇ ਹਾਂ ਜਿਸ ਪ੍ਰੋਗਰਾਮ ਦੇ ਰਾਹੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਗੱਲਾਂ ਬਾਤਾਂ ਕਿ ਜਦੋਂ ਅਸੀਂ ਉੱਥੇ ਜਾਂਦੇ ਆ ਨਾ ਤੇ ਲੋਕਾਂ ਦੇ ਵਿੱਚ ਅਸੀਂ ਉਤਸ਼ਾਹ ਦੇਖਦੇ ਆ, ਜੋਸ਼ ਦੇਖਦੇ ਆ ਤੇ ਸਾਡੇ ਅੰਦਰ ਇੱਕ ਅਲੱਗ ਹੀ ਤਰ੍ਹਾਂ ਦੀ એનર્ਜੀ ਭਰ ਜਾਂਦੀ ਆ। ਬਿਲਕੁਲ, ਚਾਹੇ ਤੁਸੀਂ ਬਿਲਕੁਲ ਇਹ ਸੋਚ ਕੇ ਨਾ ਜਾਵੋ ਕਿ ਉੱਥੇ ਜਾ ਕੇ ਸਾਨੂੰ ਕੋਈ ਤਕਲੀਫ ਹੈ, ਸਾਨੂੰ ਉੱਥੇ ਜਾ ਕੇ ਰਹਿਣ ਸਹਿਣ ਦੀ ਦਿੱਕਤ ਹੈ, ਖਾਣ ਪੀਣ ਦੀ ਦਿੱਕਤ ਹੈ, ਪਰ ਜਦੋਂ ਤੁਸੀਂ ਉੱਥੇ ਜਾਂਦੇ ਹੋ ਨਾ ਤੇ ਸ਼ਾਇਦ ਤੁਹਾਨੂੰ ਦਿੱਕਤਾਂ ਆਉਣ ਵੀ, ਪਰ ਤੁਹਾਡੇ ਅੰਦਰ ਜਜ਼ਬਾ ਹੀ ਇੰਨਾ ਜ਼ਿਆਦਾ ਭਰ ਜਾਂਦਾ ਹੈ ਕਿ ਤੁਹਾਨੂੰ ਲੱਗਦਾ ਹੀ ਨਹੀਂ ਕਿ ਮੈਨੂੰ ਕੋਈ ਦਿੱਕਤ ਹੈ। ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਜਜ਼ਬੇ ਵਾਲੀ, ਮੰਨ ਲਓ ਆਪਾਂ ਪੰਜਾਬ ਵਿੱਚ ਰਹਿ ਰਹੇ ਹਾਂ, ਜੇ ਅਸੀਂ ਸਾਨੂੰ ਜਾਂ ਤੁਸੀਂ ਮੈਨੂੰ ਕਹਿ ਦਿਓ ਜਾਂ ਮੈਂ ਤੁਹਾਨੂੰ ਕਹਿ ਦਿਆਂ ਕਿ ਪੂਜਾ ਜੀ ਮੜਾ ਤੁਰ ਕੇ 1 ਕਿਲੋਮੀਟਰ ਤੱਕ ਜਾਣਾ, ਸ਼ਾਇਦ ਤੁਸੀਂ ਉੱਥੇ ਕਹਿ ਦਿਓ ਕਿ ਮੇਰੇ ਤੋਂ ਨਹੀਂ ਜਾ ਹੋਣਾ, ਨਾ ਮੇਰੇ ਤਾਂ ਹੱਥ ਖੜੇ ਆ। ਪਰ ਉੱਥੇ ਜਦੋਂ ਅਸੀਂ ਕਵਰੇਜ ਕਰਦੇ ਪਏ ਸੀ, ਤੁਸੀਂ ਯਕੀਨ ਕਰਿਓ ਅਸੀਂ ਰੋਜ਼ 8 ਕਿਲੋਮੀਟਰ ਇੱਕ ਸਾਈਡ ਤੁਰਦੇ ਸੀਗੇ ਤੇ
ਵਾਪਸ ਵੀ 8 ਕਿਲੋਮੀਟਰ ਆਉਂਦੇ ਸੀ ਤੇ ਅਸੀਂ ਹੈਰਾਨ ਹੁੰਦੇ ਸੀਗੇ ਕਿ ਅਸੀਂ 16 ਕਿਲੋਮੀਟਰ ਅਜੇ ਤੁਰ ਲਿਆ। 8 ਕਿਲੋਮੀਟਰ ਤੋਂ ਗੱਲ ਯਾਦ ਆ ਗਈ ਮੈਨੂੰ ਇੱਕ ਕਿ ਉੱਥੇ ਬਹੁਤ ਸਾਰੀਆਂ ਸੰਸਥਾਵਾਂ ਯੋਗਦਾਨ ਪਾ ਰਹੀਆਂ ਨੇ, ਆਪਣੇ ਆਪਣੇ ਤਰੀਕੇ ਦੇ ਨਾਲ ਅੱਗੇ ਆ ਰਹੇ ਨੇ, ਜਿਸ ਤੇ ਕੋਲ ਵੀ ਜਿੱਦਾਂ ਦੀ ਸੇਵਾ ਸਰਦੀ ਹੈ ਉਦਾਂ ਦਾ ਕਰ ਰਿਹਾ ਹੈ। ਬਿਲਕੁਲ। ਤੇ ਲੋਕਾਂ ਨੂੰ ਇਸ ਗੱਲ ਦੀ ਬੜੀ ਮਿਰਚ ਲੱਗੀ ਸੀ, ਬਾਹਰਲੇ ਲੋਕਾਂ ਨੂੰ, ਜੇ ਆਪਾਂ ਗੱਲ ਕਰੀਏ ਕਿ ਉੱਥੇ ਕਿਸਾਨਾਂ ਵਾਸਤੇ ਮਸ਼ੀਨਾਂ ਕਿਵੇਂ ਲੱਗ ਤੇ ਗਈਆਂ, ਉਹ ਕਿਹੜੀਆਂ ਮਸ਼ੀਨਾਂ ਨੇ ਤੇ ਕਿਹੜੀ ਸੰਸਥਾ ਹੈ, ਜੀ। ਇੱਕ ਬ੍ਰੇਕ ਲੈ ਲਈਏ ਫਿਰ ਦੱਸਦੇ ਹਾਂ। ਠੀਕ ਹੈ। ਪੂਜਾ ਜੀ, ਆਪਾਂ ਗੱਲ ਕਰਦੇ ਪਏ ਸੀ ਇੱਕ ਸੰਸਥਾ ਦੀ। ਉਹ ਜਿਹੜੀ ਸੰਸਥਾ ਹੈ, ਮੰਨ ਲਓ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸੁਨਾਮੀ ਆ ਜਾਂਦੀ ਹੈ, ਭੂਚਾਲ ਆ ਜਾਂਦਾ ਹੈ, ਕੁਝ ਵੀ ਹੋ ਜਾਂਦਾ ਹੈ, ਇੱਥੋਂ ਤੱਕ ਕਿ ਆਤੰਕਵਾਦੀ ਹਮਲੇ ਹੋ ਜਾਂਦੇ ਨੇ, ਜੀ। ਉਹ ਸੰਸਥਾ ਸਭ ਤੋਂ ਪਹਿਲਾਂ ਉੱਥੇ ਜਾ ਕੇ ਲੰਗਰ ਲਾਉਂਦੀ ਹੈ ਤੇ ਲੋਕਾਂ ਦੀ ਦੇਖਭਾਲ ਕਰਦੀ ਹੈ। ਜੀ। ਮੈਂ ਕਹਿਣਾ ਚਾਹੁੰਦਾ ਜੀ, ਖਾਲਸਾ ਏਡ ਦੀ ਗੱਲ ਕਰ ਰਿਹਾ। ਖਾਲਸਾ ਏਡ ਇੱਕ ਐਸੀ ਸੰਸਥਾ ਹੈ ਕਿ ਦੁਨੀਆ ਦੇ ਹਰ ਕੋਨੇ ਵਿੱਚ ਜਾਂਦੀ ਹੈ। ਬਿਲਕੁਲ, ਤੇ ਉਹਨਾਂ ਨੂੰ ਹੀ ਅੱਤਵਾਦੀ ਦੱਸਿਆ ਜਾ ਰਿਹਾ ਆ ਸਾਡੇ ਗੋਦੀ ਮੀਡੀਆ ਰਾਹੀਂ, ਜਿਹੜੇ ਕਿ ਬਹੁਤ ਚਾਅ ਦੇ ਨਾਲ, ਬਹੁਤ ਵਧੀਆ ਤਰੀਕੇ ਦੇ ਨਾਲ ਇਹ ਗੱਲ ਪੇਸ਼ ਕਰ ਰਹੇ ਨੇ ਕਿ ਉਹ ਤਾਂ ਅੱਤਵਾਦੀ ਨੇ। ਸੋ ਉਹਨਾਂ ਦੀ ਇੱਕ ਵੀਡੀਓ ਆਈ ਸੀਗੀ, ਬੜੀ ਮਜ਼ੇਦਾਰ ਵੀਡੀਓ ਸੀ, ਰਵੀ ਸਿੰਘ ਜੀ ਦੀ ਵੀਡੀਓ ਆਈ ਸੀ ਅੱਗੇ, ਤੇ ਉਹਨਾਂ ਨੇ ਦੱਸਿਆ ਸੀਗਾ ਕਿ ਬਈ ਉਹਦੇ ਵਿੱਚ ਲੰਗਰ ਦਿਖਾਏ ਹੋਏ ਨੇ, ਉਹਦੇ ਵਿੱਚ ਸਮਾਨ ਦਿਖਾਇਆ ਕਿ ਆ ਸਾਡੇ ਕੋਲ ਆ ਸਮਾਨ ਆ, ਅਸੀਂ ਅੱਤਵਾਦੀਆਂ ਤੇ ਅਸੀਂ ਬਹੁਤ ਖਤਰਨਾਕ ਆ, ਤੇ ਜੇਕਰ ਤੁਸੀਂ ਸਾਡੇ ਕੋਲ ਨਹੀਂ ਡਰਦੇ ਤਾਂ ਅਸੀਂ ਵੀ ਤੁਹਾਡੇ ਘਰ ਆ ਕੇ ਤੁਹਾਨੂੰ ਲੰਗਰ ਛਕਾ ਸਕਦੇ ਆ। ਇਹਨੂੰ ਕਹਿੰਦੇ ਨੇ ਭਿਉਂ ਕੇ। ਹਾਂਜੀ, ਇਹ ਕੀ ਭਿਉਂ ਕੇ, ਤੁਸੀਂ ਸਮਝ ਗਏ ਹੋ ਜੀ, ਇਹ ਗੱਲ ਹੈਗੀ ਆ। ਸੋ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਯੋਗਦਾਨ ਪਾ ਰਹੀਆਂ ਨੇ। ਆਪਾਂ ਉੱਥੇ ਗੱਲ ਛੇੜੀ ਸੀਗੀ ਕਿ ਆਪਾਂ ਇੰਨਾ ਤੁਰਦੇ ਸੀਗੇ, ਸਾਨੂੰ ਥਕਾਵਟ ਨਹੀਂ ਹੁੰਦੀ ਸੀ। ਆਪਾਂ ਉਸ ਮੁੱਦੇ ਤੇ ਆਉਨੇ ਆ ਕਿ ਖਾਲਸਾ ਏਡ ਨੇ ਉੱਥੇ ਜਿਹੜੀਆਂ ਮਸ਼ੀਨਾਂ ਲਾ ਦਿੱਤੀਆਂ ਗਈਆਂ ਨੇ ਬਜ਼ੁਰਗਾਂ ਵਾਸਤੇ, ਕਿ ਜੇ ਤੁਸੀਂ ਥੱਕ ਜਾਂਦੇ ਹੋ ਤੇ ਤੁਹਾਡੀ ਉਹ ਜਿਹੜੀ ਫੁੱਟ ਮਸਾਜ ਕਰਦੇ ਨੇ। ਜੀ, ਮਸ਼ੀਨਾਂ ਬਜ਼ੁਰਗਾਂ ਵਾਸਤੇ ਨਹੀਂ, ਨੌਜਵਾਨਾਂ ਵਾਸਤੇ ਵੀ ਲੱਗੀਆਂ ਨੇ। ਚਲੋ, ਨੌਜਵਾਨਾਂ ਨੇ ਕੀ ਥੱਕਣਾ ਆ, ਪਰ ਗੱਲ ਫਿਰ ਵੀ ਆ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਇੰਨਾ ਉੱਥੇ ਤੁਰਦੇ ਹੋ। ਔਰ ਸਿੰਘੂ ਬਾਰਡਰ ਦੀ ਗੱਲ ਕਰੀਏ ਤੇ ਲਗਭਗ 13 ਕਿਲੋਮੀਟਰ 14 ਕਿਲੋਮੀਟਰ ਦੇ ਵਿੱਚ ਉਹ ਫੈਲਿਆ ਹੋਇਆ ਹੈ। ਸੋ ਸਟਾਰਟਿੰਗ ਤੋਂ ਲੈ ਕੇ ਬਿਲਕੁਲ ਐਂਡ ਤੱਕ, ਸਟੇਜ ਤੱਕ ਜਾਣਾ ਆ, ਇੰਨੇ ਕਿਲੋਮੀਟਰ ਤੁਰ ਕੇ ਜਾਣਾ, ਫਿਰ ਵਾਪਸ ਆਉਣਾ ਤੇ ਲੰਗਰ ਦੀ ਸੇਵਾ ਜਾਰੀ ਰੱਖਣੀ ਹੈ। ਹੋਰ ਵੀ ਉੱਥੇ ਬਹੁਤ ਸਾਰੀਆਂ ਸੇਵਾ ਲੋਕੀ ਕਰ ਰਹੇ ਨੇ ਤੇ ਉਹ ਸਾਰੇ ਕੰਮ ਕਰਕੇ ਬੰਦਾ ਥੱਕ ਜਾਂਦਾ ਹੈ। ਸੋ ਇਸ ਗੱਲ ਨੂੰ ਖਿਆਲ ਦੇ ਵਿੱਚ ਰੱਖਦੇ ਹੋਏ ਖਾਲਸਾ ਏਡ ਨੇ ਇੱਕ ਪਹਿਲ ਕੀਤੀ ਸੀਗੀ, ਜਿਹੜੇ ਕਿ ਉੱਥੇ ਫੁੱਟ ਮਸਾਜਰ ਮਸ਼ੀਨਸ ਦੇ ਨਾਲ ਸੋਲਵ ਕੀਤੀ ਗਈ ਹੈ। ਤੇ ਗੋਦੀ ਮੀਡੀਆ ਨੇ ਇਹਦਾ ਵੀ ਵਿਰੋਧ ਤੁਸੀਂ ਜਿੱਦਾਂ ਦੱਸਿਆ ਕੀਤਾ ਸੀ, ਪਰ ਇਹ ਵੀ ਕਿਹਾ ਸੀਗਾ ਕਿ ਇਹ ਉੱਥੇ ਪਿਕਨਿਕ ਮਨਾਉਣ ਗਏ ਨੇ, ਇਹ ਪੀਜ਼ੇ ਖਾ ਰਹੇ ਨੇ। ਜੀ, ਹੁਣ ਪੀਜ਼ੇ ਦੀ ਗੱਲ ਤੋਂ ਮੈਨੂੰ ਹੋਰ ਗੱਲ ਯਾਦ ਆ ਗਈ ਕਿ ਬੜੇ ਲੋਕਾਂ ਨੂੰ ਪੀਜ਼ੇ ਦੇ ਨਾਮ ਤੋਂ ਮਿਰਚਾਂ ਲੱਗ ਗਈਆਂ ਸੀ। ਮੈਨੂੰ ਇਹ ਉਨੀ ਮਿਰਚ ਤਾਂ ਸ਼ਾਇਦ ਪੀਜ਼ੇ ਵਿੱਚ ਵੀ ਹੈ ਨਹੀਂ ਸੀ ਜਿੰਨੀ ਲੋਕਾਂ ਨੂੰ ਲੱਗੀ ਸੀ। ਜੀ, ਤੇ ਜੇਕਰ ਪੰਜਾਬੀਆਂ ਨੇ ਜਾਂ ਫਿਰ ਸਾਰੇ ਹੋਰ ਲੋਕ ਜਿਹੜੇ ਸਾਰੇ ਇਕੱਠੇ ਹੋਏ ਨੇ, ਉਹਨਾਂ ਨੇ ਪੀਜ਼ੇ ਦਾ ਲੰਗਰ ਲਾ ਹੀ ਦਿੱਤਾ, ਤਾਂ ਫਿਰ ਕਿਹੜੀ ਗੱਲ ਹੈ। ਮੈਨੂੰ ਤਾਂ ਇਹ ਲੱਗਦਾ ਕਿ ਤੁਹਾਨੂੰ ਵੀ ਜਾਂ ਸਰਕਾਰਾਂ ਨੂੰ ਵੀ ਇੱਕ ਵਾਰੀ ਭੇਸ ਬਦਲ ਕੇ ਉੱਥੇ ਜ਼ਰੂਰ ਜਾਣਾ ਚਾਹੀਦਾ ਤੇ ਦੇਖਣਾ ਚਾਹੀਦਾ ਵੀ ਉੱਥੇ ਦਾ ਮਾਹੌਲ ਕੀ ਹੈ, ਤੇ ਪੀਜ਼ਾ ਜ਼ਰੂਰ ਖਾ ਕੇ ਆਇਓ ਜਦੋਂ ਵੀ ਕੋਈ ਗਿਆ ਉੱਥੇ। ਮਿਰਚ ਤੋਂ ਘੱਟ ਪਵਾ ਲਿਓ। ਹੁਣ ਆਪਾਂ ਅੱਗੇ ਵਧਦੇ ਹਾਂ। ਫੌਜੀਆਂ ਦੀ ਗੱਲ ਚੱਲ ਰਹੀ ਸੀਗੀ ਕਿ ਫੌਜੀ ਜਵਾਨ ਕਿਵੇਂ ਯੋਗਦਾਨ ਦੇ ਰਹੇ ਨੇ ਇਸ ਅੰਦੋਲਨ ਦੇ ਵਿੱਚ। ਹੁਣ ਤੁਸੀਂ ਦੇਖੋ ਕਿ ਰਿਟਾਇਰਡ ਫੌਜੀ ਜਿਹੜੇ ਨੇ ਉਹ ਆਪਣੇ ਮੈਡਲ ਤੱਕ ਵਾਪਸ ਕਰ ਰਹੇ ਨੇ, ਤੇ ਸਟੇਜ ਦੇ ਉੱਤੇ ਮੈਨੂੰ ਲੱਗਦਾ ਕਿ ਰੋਜ਼ ਕੋਈ ਨਾ ਕੋਈ ਸਾਬਕਾ ਫੌਜੀ ਜਾਂ ਪੁਲਿਸ ਆਫੀਸਰ ਆ ਕੇ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਦਾ ਆ ਲੋਕਾਂ ਦੇ ਨਾਲ। ਤੇ ਇਹ ਦੇਖੋ ਕਿ ਇੱਕ ਜ਼ਿੰਦਗੀ ਭਰ ਦੀ ਕਮਾਈ ਜਿਹੜੀ ਆ ਫੌਜੀ ਵਾਸਤੇ ਉਹ ਮੈਡਲ ਹੁੰਦੀ ਆ। ਬਿਲਕੁਲ ਪੂਜਾ ਜੀ, ਜਿਵੇਂ ਆਪਾਂ ਸ਼ਾਇਦ ਗੱਲ ਵੀ ਕਰਦੇ ਪਏ ਸੀਗੇ ਕਿ ਜਿੱਦਾਂ ਮੰਨ ਲਓ ਕਿ ਇੱਕ ਬੱਚਾ ਉਹਨੂੰ ਸਕੂਲ ਲਾਉਨੇ ਆ, ਨਰਸਰੀ ਵਿੱਚ ਪੜ੍ਹਦਾ ਆ, ਉਸ ਤੋਂ ਬਾਅਦ ਉਹ ਪਹਿਲੀ ਵਿੱਚ ਆਉਂਦਾ ਆ, ਦੂਜੀ ਵਿੱਚ ਆਉਂਦਾ, ਹੌਲੀ ਹੌਲੀ ਕੀ ਆ ਕਿ ਸਕੂਲਾਂ ਦੇ ਵਿੱਚ ਕੰਪੀਟੀਸ਼ਨ ਹੁੰਦੇ ਨੇ ਜੀ। ਕਿਸੇ ਵੀ ਕੰਪੀਟੀਸ਼ਨ ਵਿੱਚ ਜੋ ਬੱਚਾ ਜਿੱਤਦਾ ਆ ਤੇ ਉਹ ਇਨਾਮ ਦਾ ਹੱਕਦਾਰ ਹੁੰਦਾ, ਉਹਨੂੰ ਇਨਾਮ ਮਿਲਦਾ। ਹੌਲੀ ਹੌਲੀ ਜਦੋਂ ਅੱਗੇ ਜਾਂਦਾ, ਅੱਗੇ ਪਹੁੰਚਦਾ ਆ 5ਵੀਂ ਕਲਾਸ ਵਿੱਚ, 7ਵੀਂ ਦੇ ਵਿੱਚ, ਜਿੱਥੇ ਵੀ ਜਾਂਦਾ ਆ, ਹੌਲੀ ਹੌਲੀ ਆਪਣੇ ਇਨਾਮ ਇਕੱਠੇ ਕਰਦਾ। ਹੁਣ ਜੇ ਆਪਾਂ ਫੌਜੀ ਦੀ ਗੱਲ ਇੱਥੇ ਕਰੀਏ ਕਿ ਉਹਨਾਂ ਨੇ ਪੂਰਾ ਆਪਣਾ ਕਹਿ ਲਓ ਉਮਰ ਦੇਸ਼ ਦੀ ਸੇਵਾ ਕੀਤੀ, ਆਪਣੇ ਮੈਡਲ ਇਕੱਠੇ ਕੀਤੇ, ਮੈਡਲ ਉਹਨਾਂ ਨੇ ਪ੍ਰਾਪਤ ਕੀਤੇ, ਇੱਕ ਉਪਲਬਧੀ ਪ੍ਰਾਪਤ ਕੀਤੀ ਤੇ ਉਹ ਇਕੱਠੇ ਕੀਤੇ, ਸਭ ਕੁਝ ਕੀਤਾ, ਤੇ ਉਹਨਾਂ ਨੂੰ ਵਾਪਸ ਕਰਨਾ ਬਹੁਤ ਵੱਡੀ ਗੱਲ ਹੈ। ਬਹੁਤ ਵੱਡੀ ਗੱਲ ਹੈ। ਔਰ ਇਹਦੇ ਨਾਲ ਹੀ ਨਾਲ ਇਕੱਲੇ ਫੌਜੀ ਮੈਡਲ ਹੀ ਨਹੀਂ ਵਾਪਸ ਕਰ ਰਹੇ, ਲਗਾਤਾਰ ਉਸ ਸੰਘਰਸ਼ ਦੇ ਵਿੱਚ ਬੈਠੇ ਹੋਏ ਨੇ ਤੇ ਸਰਕਾਰਾਂ ਦਾ ਵਿਰੋਧ ਕਰ ਰਹੇ ਨੇ। ਜੀ, ਵਿਰੋਧ ਕਰ ਰਹੇ ਨੇ। ਤੇ ਰਿਟਾਇਰਡ ਫੌਜੀ ਜਿਹੜੇ ਕਿ ਸਾਰੀ ਉਮਰ ਪਹਿਲਾਂ ਤਾਂ ਬਾਰਡਰਾਂ ਦੇ ਉੱਤੇ ਲੜਦੇ ਰਹੇ ਨੇ ਤੇ ਹੁਣ ਦਿੱਲੀ ਦੀਆਂ ਸੜਕਾਂ ਦੇ ਉੱਤੇ ਸੰਘਰਸ਼ ਦੇ ਵਿੱਚ ਉਹ ਆਪਣੀ ਲੜਾਈ ਲੜ ਰਹੇ ਨੇ। ਜੀ,
ਪੂਜਾ ਜੀ ਆਪਾਂ ਗੱਲ ਕੀਤੀ ਫੌਜੀਆਂ ਦੀ ਕਿ ਫੌਜੀ ਜਿਹੜੇ ਸਾਡੇ ਨੇ ਉਹ ਸਾਬਕਾ ਫੌਜੀ ਨੇ ਉਹ ਕਿਵੇਂ ਆਪਣਾ ਯੋਗਦਾਨ ਪਾ ਰਹੇ ਨੇ। ਜੀ। ਜੇ ਹੁਣ ਇੱਥੇ ਗੱਲ ਕੀਤੀ ਜਾਵੇ ਕਿ ਫੌਜੀਆਂ ਨੇ ਜਿਹੜੀ ਆਪਣੀ ਜਵਾਨੀ ਆ ਉਹ ਸਰਹੱਦਾਂ ਤੇ ਬਿਤਾਈ ਆ ਜੀ। ਤੇ ਆਪਣਾ ਜਿਹੜਾ ਹੁਣ ਆਖਰੀ ਪਹਿਰ ਆ ਬੁਢਾਪਾ ਆ ਉਹ ਆਪਣੀਆਂ ਪੈਲੀਆਂ ਬਚਾਉਣ ਤੇ ਲੱਗੇ ਹੋਏ ਨੇ। ਜੀ। ਤੇ ਇੱਥੋਂ ਤੱਕ ਇਹ ਵੀ ਖਬਰ ਆ ਰਹੀ ਹੈ ਕਿ 26 ਜਨਵਰੀ ਨੂੰ ਹੋ ਸਕਦਾ ਹੈ ਕਿ ਫੌਜੀ ਜਿਹੜੇ ਨੇ ਉਹ ਕਿਸਾਨ ਪਰੇਡ ਵਿੱਚ ਮੋਹਰੀ ਬਣਨ। ਜੀ ਬਿਲਕੁਲ। ਔਰ ਇਹ ਕੱਲੀ 26 ਜਨਵਰੀ ਦੀ ਗੱਲ ਨਹੀਂ ਹੈਗੀ, ਸ਼ੁਰੂ ਤੋਂ ਲੈ ਕੇ ਜਦੋਂ ਦਾ ਇਹ ਅੰਦੋਲਨ ਸ਼ੁਰੂ ਹੋਇਆ ਹੈ, ਇਹ ਧਰਨੇ ਲੱਗਣੇ ਸ਼ੁਰੂ ਹੋਏ ਨੇ, ਉਦੋਂ ਦੇ ਹੀ ਹਰ ਕੋਈ ਮੈਨੂੰ ਲੱਗਦਾ ਕਿ ਇਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਯੋਗਦਾਨ ਪਾ ਰਿਹਾ ਆ। ਬਿਲਕੁਲ। ਹੁਣ ਜੇ ਆਪਾਂ ਫੌਜੀ ਜਵਾਨਾਂ ਦੀ ਗੱਲ ਕਰੀਏ ਕਿ ਜਿੱਦਾਂ ਮੈਂ ਗੱਲ ਕਰ ਰਹੀ ਸੀਗੀ ਕਿ ਬਾਰਡਰ ਦੇ ਉੱਤੇ ਲੜਾਈਆਂ ਲੜੀਆਂ ਨੇ ਤੇ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਸ਼ਾਇਦ ਸਾਨੂੰ ਇਸ ਤਰ੍ਹਾਂ ਵੀ ਲੜਾਈਆਂ ਲੜਨੀਆਂ ਪੈ ਸਕਦੀਆਂ ਨੇ, ਆਪਣੀਆਂ ਜ਼ਮੀਨਾਂ ਖਾਤਰ ਵੀ ਸੜਕਾਂ ਦੇ ਉੱਤੇ ਉਤਰਨਾ ਪੈ ਸਕਦਾ ਆ। ਤੇ ਹੁਣ ਜਿਹੜੇ ਫੌਜੀ ਜਵਾਨ ਉੱਥੇ ਪਹੁੰਚਦੇ ਨੇ, ਮੈਂ ਕੱਲ ਹੀ ਇੱਕ ਵੀਡੀਓ ਦੇਖ ਰਹੀ ਸੀਗੀ, ਉਹਦੇ ਵਿੱਚ ਤਕਰੀਬਨ ਗੱਲ ਕਰ ਰਹੇ ਸੀ ਫੌਜੀ ਕਿ ਅਸੀਂ 5000 ਫੌਜੀ ਜਵਾਨ ਹੈਗੇ ਆ ਜਿਹੜੇ ਕਿ ਅਲੱਗ-ਅਲੱਗ ਬਾਰਡਰਸ ਦੇ ਉੱਤੇ ਬੈਠੇ ਹੋਏ ਆ ਤੇ ਨਜ਼ਰ ਉਹਨਾਂ ਨੇ ਬਣਾਈ ਰੱਖੀ ਹੋਈ ਹੈ ਕਿ ਇੱਥੇ ਕੋਈ ਕਿਸੇ ਤਰੀਕੇ ਦੀ ਮਤਲਬ ਵਧੀਕੀ ਤਾਂ ਨਹੀਂ ਹੋ ਰਹੀ ਹੈ ਜਾਂ ਫਿਰ ਕੋਈ ਸ਼ਰਾਰਤੀ ਅੰਸਰ ਆ ਇਸ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਤੇ ਮੈਂ ਉਹਨਾਂ ਦੀ ਗੱਲ ਸੁਣ ਰਹੀ ਸੀ, ਰਿਟਾਇਰਡ ਫੌਜੀ ਨੇ ਜਿਹੜੇ ਉੱਥੇ ਹਜੇ ਮੌਜੂਦ ਨੇ ਉਸ ਧਰਨੇ ਦੇ ਵਿੱਚ ਤੇ ਤਿੰਨਾਂ ਬਾਰਡਰਸ ਦੇ ਉੱਤੇ ਬੈਠੇ ਹੋਏ ਨੇ ਤੇ ਉਹਨਾਂ ਨੇ ਇਹੀ ਗੱਲ ਕੀਤੀ ਕਿ ਬਈ ਅਸੀਂ ਇਹ ਸੁਣ ਰਹੇ ਸੀ ਬਾਰ-ਬਾਰ, ਸਾਨੂੰ ਖਬਰਾਂ ਇਹ ਆ ਰਹੀਆਂ ਸੀਗੀਆਂ ਕਿ ਅੱਤਵਾਦੀ ਦੱਸਿਆ ਜਾ ਰਿਹਾ ਆ, ਉੱਥੇ ਟੁਕੜੇ ਗੈਂਗ ਪਹੁੰਚੀ ਆ, ਇਹ ਦੱਸਿਆ ਜਾ ਰਿਹਾ ਆ ਇਸ ਧਰਨੇ ਦੇ ਵਿੱਚ। ਤੇ ਸ਼ਾਇਦ ਇਹ ਅੰਦੋਲਨ ਜਿਹੜਾ ਆ ਉਹ ਸਰਕਾਰਾਂ ਦੇ ਖਿਲਾਫ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਚੀਜ਼ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਆ ਕਿ ਜਿਹਦੇ ਨਾਲ ਸਾਡੇ ਦੇਸ਼ ਨੂੰ ਨੁਕਸਾਨ ਹੋਵੇ। ਇਸ ਕਰਕੇ ਉਹ ਫੌਜੀ ਜਵਾਨ ਉੱਥੇ ਪਹੁੰਚੇ ਨੇ, ਉਹਨਾਂ ਨੇ ਦੇਖਿਆ, ਸਾਰਾ ਮਾਹੌਲ ਦੇਖਿਆ ਤੇ ਉਹਨਾਂ ਨੇ ਇਹੀ ਬਿਆਨ ਦਿੱਤਾ ਕਿ ਅਸੀਂ ਲਗਾਤਾਰ ਇੱਥੇ ਨਜ਼ਰ ਰੱਖੀ ਹੋਈ ਹੈ ਤੇ ਸਾਨੂੰ ਹਜੇ ਤੱਕ ਏਦਾਂ ਦੀ ਕੋਈ ਵੀ ਚੀਜ਼ ਨਜ਼ਰ ਨਹੀਂ ਆਈ ਜਿਨ੍ਹਾਂ ਦੀ ਬਿਆਨਬਾਜ਼ੀ ਬਾਹਰ ਹੋ ਰਹੀ ਹੈ ਇਸ ਅੰਦੋਲਨ। ਔਰ ਇੱਕ ਗੱਲ ਹੋਰ ਪੂਜਾ ਜੀ ਕਿ ਜਦੋਂ ਕਿਸਾਨਾਂ ਨੇ ਜਦੋਂ ਕੂਚ ਕੀਤੀ ਪੰਜਾਬ ਦੇ ਵਿੱਚੋਂ 26 ਤਰੀਕ ਨੂੰ ਤੇ ਫੌਜੀ ਐ ਲਾ ਦਿੱਤੇ ਗਏ, ਉੱਥੇ ਮਿਲਟਰੀ ਐ ਲਾ ਦਿੱਤੀ ਗਈ ਕਿ ਜਿਵੇਂ ਸੱਚੀ ਉੱਥੇ ਪਤਾ ਨਹੀਂ ਕੀ ਹੋਣ ਲੱਗਾ ਆ। ਕਿਸਾਨ ਆਪਣਾ ਹੱਕ ਲੈਣ ਲਈ ਜਾ ਰਹੇ ਸੀ, ਉਹਨਾਂ ਦੇ ਹੱਥ ਵਿੱਚ ਕੋਈ 47 ਨਹੀਂ ਸੀ, ਕੁਝ ਨਹੀਂ ਸੀਗਾ, ਕੋਈ ਹਥਿਆਰ ਨਹੀਂ ਸੀ, ਉਹ ਆਪਣਾ ਹੱਕ ਲੈਣ ਵਾਸਤੇ ਦਿੱਲੀ ਜਾ ਰਹੇ ਸੀ। ਤੇ ਤੁਸੀਂ ਦੇਖਿਆ ਉੱਥੇ ਕਿੱਦਾਂ ਉੱਥੇ ਇੰਨੀ ਫੌਜ ਲਾ ਦਿੱਤੀ ਗਈ ਤੇ ਉੱਥੇ ਆਪਣਾ ਕਹਿ ਲਓ ਕਿ ਕਿਸਾਨਾਂ ਦੇ ਵਿਚਕਾਰ ਤੇ ਫੌਜੀਆਂ ਵਿਚਕਾਰ ਥੋੜੀ ਜਿਹੀ ਮੁੱਠਭੇੜ ਵੀ ਹੋਈ। ਜੀ ਬਿਲਕੁਲ, ਇਹ ਤਾਂ ਹੈ ਹੀ ਹੈ, ਪਰ ਮੈਨੂੰ ਜੋ ਨਜ਼ਰ ਆਇਆ, ਜੋ ਸਾਨੂੰ ਵੀ ਸਭ ਨੂੰ ਨਜ਼ਰ ਆਇਆ ਕਿ ਚਾਹੇ ਉਹਨਾਂ ਦੀ ਡਿਊਟੀ ਸੀ, ਉਹਨਾਂ ਨੇ ਆਪਣੀ ਡਿਊਟੀ ਨਿਭਾਈ ਹੈ, ਪਰ ਚਾਹੇ ਉਹਨਾਂ ਦੀ ਡਿਊਟੀ ਸੀ ਪਰ ਫਿਰ ਵੀ ਇੱਕ ਨਰਮ ਜਿਹੜਾ ਪੱਖ ਹੈ ਉਹ ਸਾਨੂੰ ਫੌਜੀਆਂ ਵੱਲੋਂ ਦੇਖਣ ਨੂੰ ਮਿਲਿਆ ਆ ਤੇ ਲਗਾਤਾਰ ਸਾਨੂੰ ਫੌਜੀ ਉੱਥੇ ਨਜ਼ਰ ਆ ਵੀ ਰਹੇ ਨੇ ਤੇ ਆਪਣਾ ਯੋਗਦਾਨ ਦੇ ਰਹੇ ਨੇ ਉਹ। ਤੇ ਦੂਸਰੀ ਗੱਲ ਆਪਾਂ ਇਹ ਕਰਦੇ ਸੀਗੇ ਕਿ ਬਈ ਸਰਕਾਰਾਂ ਦੀ ਜਿੱਦਾਂ ਤੁਸੀਂ ਗੱਲ ਕਰਦੇ ਸੀ ਕਿ ਹਥਿਆਰ ਜਿਹੜੇ ਨੇ ਸਾਡੇ ਕੋਲ ਨਹੀਂ ਸੀ, ਕਿਸਾਨਾਂ ਕੋਲ ਨਹੀਂ ਸੀਗੇ। ਮੈਂ ਇੱਥੇ ਇਹ ਗੱਲ ਕਹਿਣਾ ਚਾਹੂੰਗੀ ਕਿ ਸਰਕਾਰ ਦੇ ਕੋਲ ਹਥਿਆਰ ਵੀ ਨੇ, ਸਰਕਾਰ ਦੇ ਕੋਲ ਉਹ ਸਾਰਾ ਸਮਾਨ ਵੀ ਹੈ ਜਿਹਦੇ ਕਰਕੇ ਉਹ ਕਿਸਾਨਾਂ ਨੂੰ ਵਾਪਸ ਭੇਜ ਸਕਦੇ ਨੇ, ਪਰ ਫਿਰ ਵੀ ਡਰ ਕਿਸ ਚੀਜ਼ ਦਾ ਹੈ? ਡਰ ਇਸ ਚੀਜ਼ ਦਾ ਹੈ ਕਿ ਕਿਤੇ ਇਹ ਆਪਣੇ ਹੱਕ ਨਾ ਸਾਡੇ ਤੋਂ ਮਨਵਾ ਲੈਣ ਤੇ ਸਾਨੂੰ ਝੁਕਣਾ ਪੈ ਜਾਊਗਾ। ਤੇ ਗੱਲ ਆ ਗਈ ਹੈ ਇੱਥੇ ਈਗੋ ਦੀ ਹੈਨਾ। ਸੋ ਇਹ ਗੱਲ ਹੈ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਸਰਕਾਰ ਜਿਹੜੀ ਹੈ ਉਹ ਡਰ ਗਈ ਹੈ। ਦੇਖੋ ਸਰਕਾਰ ਮੰਨ ਵੀ ਗਈ ਆ, ਸਰਕਾਰ ਮੰਨ ਵੀ ਗਈ ਆ ਕਿ ਜਿਹੜੇ ਕਾਨੂੰਨ ਨੇ ਗਲਤ ਨੇ, ਪਰ ਫਿਰ ਵੀ ਅੜੀਅਲ ਰਵੱਈਆ ਜਿਹੜਾ ਉਹ ਗਲਤ ਹੈ ਕਿ ਇਹ ਕਿਉਂ ਨਹੀਂ ਮੰਨ ਰਹੇ ਹੈਨਾ, ਇਹ ਕਿਉਂ ਨਹੀਂ ਜਿਹੜੇ ਕਾਨੂੰਨ ਰੱਦ ਕਰ ਰਹੇ। ਸੋ ਕਾਨੂੰਨ ਰੱਦ ਤਾਂ ਹੁਣ ਦੇਖੋ ਆਉਣ ਵਾਲਾ ਸਮਾਂ ਹੀ ਦੱਸੇਗਾ ਸਾਨੂੰ ਕਿ ਸਾਡੇ ਜਿਹੜੇ ਕਿਸਾਨੀ ਆਗੂ ਨੇ ਉਹਨਾਂ ਦੀਆਂ ਅਗਲੀਆਂ ਰਣਨੀਤੀਆਂ ਕੀ ਹੋਣਗੀਆਂ। ਤੇ ਅੱਗੇ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ, ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਂਝੀ ਇੱਥੇ ਕਰਾਂਗੇ। ਅੱਛਾ, ਤੁਸੀਂ ਮੈਨੂੰ ਤਾਂ ਦੱਸ ਦਿਆ ਕਰੋ, ਅੱਜ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਕਿ ਤੁਸੀਂ ਅੱਜ ਵੀਡੀਓ ਵੀ ਚਲਾਉਣੀ ਆ। ਨਹੀਂ, ਮੈਂ ਤੁਹਾਡੇ ਨਾਲ ਗੱਲ ਕੀਤੀ ਸੀ, ਸ਼ਾਇਦ ਤੁਹਾਨੂੰ ਯਾਦ ਨਾ ਹੋਵੇ। ਨਹੀਂ, ਇਦਾਂ ਨਹੀਂ ਹੋ ਸਕਦਾ। ਇੱਥੇ ਅਸੀਂ ਉਹਨਾਂ ਲੋਕਾਂ ਦਾ ਸਹਿਯੋਗ ਵੀ ਦਿਖਾ ਰਹੇ ਹਾਂ ਜਿਹੜੇ ਲੋਕ ਬਾਹਰਲੀਆਂ ਸਟੇਟਾਂ ਤੋਂ ਆਏ ਨੇ, ਬਾਹਰਲੀਆਂ ਰਾਜਾਂ ਤੋਂ ਆਏ ਨੇ ਤੇ ਉਹ ਕਿਸ ਤਰੀਕੇ ਦੇ ਨਾਲ ਇਸ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ, ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਜੁੜ ਰਹੇ ਨੇ, ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਜ਼ਰੂਰ ਨਜ਼ਰ ਆਵੇਗਾ। నరేంద్ర మోడీ రద్దు చేయాలి రైతు వ్యతిరేక నల్ల చట్టాలను వెంటనే పోరాడతాం రైతాంగం చేస్తున్నటువంటి ఉద్యమానికి సంఘీభావంగా రైతులు చేస్తున్నటువంటి ఉద్యమానికి సంఘీభావంగా పోరాడతాం డౌన్ నరేంద్ర మోడీ రద్దు చేయాలి రైతు వ్యతిరేక నల్ల చట్టాలను వెంటనే ఈ ఉద్యమము చాలా పటిష్టంగా చేస్తున్నారు. పంజాబ్, హర్యానా రాష్ట్రాల్లో చేస్తున్నటువంటిది ఈ ఉద్యమం చాలా బలమైనటువంటిది. ਬਹੁਤ ਪੀਸਫੁਲੀ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਪੰਜਾਬ ਹਰਿਆਣਾ ਬਹੁਤ ਏਕਤਾ ਨਾਲ ਕਰ ਰਹੇ ਹੋ, ਬਹੁਤ ਵਧੀਆ ਕਰ ਰਹੇ ਹੋ, ਬਹੁਤ ਤੁਹਾਡੇ 'ਚ ਏਕਤਾ ਆ।
ਜਦੋਂ ਪੰਜਾਬ ਦੀਆਂ ਤਸਵੀਰਾਂ ਉੱਥੇ ਦੇਖ ਰਹੇ ਸੀ ਆਂਧਰਾ ਪ੍ਰਦੇਸ਼ ਦੇ ਵਿੱਚ ਤਾਂ ਕਿਵੇਂ ਲੱਗ ਰਿਹਾ ਸੀ? ఆడ వీడియో చూస్తున్నాను కదా ఈడియాక ఎంత ఫీల్ అవుతుంది అప్పుడు. ఇక్కడ ఈ వీడియోలు ఎన్ని చూసిన తర్వాత ఇక్కడ ఉన్నటువంటి పరిస్థితి చూసిన తర్వాత ప్రపంచంలో కూడా నీకు మొత్తం మద్దతు పెరుగుతూ ఉంది. ఈ ఉద్యమం చాలా బలమైనటువంటిది. పార్లమెంటులో మూసువాని ఓటుతో తెచ్చినటువంటి ఈ చట్టాలని తక్షణమున రద్దు చేయాలని చెప్పేసి అఖిల భారత రైతు కూలీ సంఘం మేము ఆంధ్రప్రదేశ్ నుంచి వచ్చి 200 మంది వచ్చి సంఘీభావం తెలుపుతున్నటువంటి పరిస్థితి ఉన్నది. ఇక్కడ ఈ ఉద్యమం చాలా బలమైనటువంటిది. దీన్ని నరేంద్ర మోడీ తక్షణమున అర్థం చేసుకొని ఈ ప్రజల ఈ దేశానికి వెన్నెముక లాంటి వాడు ఈ రైతు ఏ చట్టాలు తెచ్చినాడు 3 చట్టాలు తక్షణమున రద్దు చేసుకోవాలని చెప్పేసి ఇవాళ మేము డిమాండ్ చేస్తూ ఉన్నాము. ਇਹ ਟਰਾਂਸਲੇਟ ਕਰਨਗੇ ਹੁਣ ਇਹਨਾਂ ਨੇ ਕੀ ਕਿਹਾ? ਮੈਨੂੰ ਇਹਨੇ ਆਪਣੀ ਭਾਸ਼ਾ ਕನ್ನੜਾ ਹੈ ਤੇ ਇਹਨਾਂ ਦੀ ਤੇਲਗੂ ਹੈ, ਜਿੱਦਾਂ ਥੋੜੀ ਸਮਝ ਲੈਣਾ, ਮੈਨੂੰ ਥੋੜੀ ਸਮਝ ਨਹੀਂ ਆਉਂਦੀ. ਕਹਿੰਦੇ ਕਿ ਜਿੱਦਾਂ ਕਿ ਕੋਈ ਬਿੱਲ ਜਿਹੜੇ ਸੁਪਰੀਮ ਕੋਰਟ 'ਚ ਗਏ ਆ ਰੱਦ ਹੋਣਗੇ ਤੇ ਠੀਕ ਹੈ, ਨਹੀਂ ਤੇ ਆਪਣੇ ਹੋਰ ਵੀ ਇੱਥੇ ਬੰਦੇ ਆਓਗੇ. ਕਿੰਨੇ ਜਾਣੇ 200 ਜਾਣੇ ਆਏ ਆ ਪੂਰੇ, 200 'ਚੋਂ 3-4 ਜਾਣੇ ਅਲੱਗ ਆ, ਉਹ ਅਲੱਗ ਕਿਤੇ ਆ ਤੇ ਉਹ ਏਕਤਾ ਨਾਲ ਕਰ ਰਹੇ ਹੋ. ਤੇ ਮੱਲਿਆਂ 'ਚ ਆਪਣਾ ਨਾ ਪਾਰਲੀਮੈਂਟ 'ਚ ਇਹ ਜਿਹੜਾ ਕਾਨੂੰਨ ਆ ਇਹ ਰੱਦ ਹੋਣਾ ਚਾਹੀਦਾ, ਕਹਿੰਦੇ ਸਾਡੀ ਮੰਗ ਆ. ਪੂਜਾ ਜੀ ਜੀ ਆਪਾਂ ਉੱਥੇ ਜਾ ਕੇ ਇਹਨਾਂ ਨਾਲ ਕਹਿ ਲਓ ਕਿ ਪੰਗਾ ਹੀ ਸੀਗਾ ਕਿ ਉਹਨਾਂ ਦੀ ਬੋਲੀ ਸਾਨੂੰ ਨਹੀਂ ਆਉਂਦੀ ਸੀ ਤੇ ਸਾਡੀ ਬੋਲੀ ਉਹਨਾਂ ਨੂੰ ਨਹੀਂ ਆਉਂਦੀ ਸੀਗੀ, ਪਰ ਫਿਰ ਵੀ ਅਸੀਂ ਹੌਸਲਾ ਕਰਕੇ ਉਹਨਾਂ ਨਾਲ ਗੱਲ ਕੀਤੀ. ਪਰ ਇੱਕ ਜਿਹੜਾ ਕਹਿ ਲਓ ਕਿ ਇੱਕ ਵਧੀਆ ਪੱਖ ਇਹ ਸੀਗਾ ਕਿ ਉੱਥੇ ਇੱਕ ਸਰਦਾਰ ਜੀ ਸੀਗੇ ਨਾਲ, ਉਹ ਵੀ ਨਾਲ ਆਏ ਸੀ ਕਰਨਾਟਕਾ ਤੋਂ, ਤੇ ਉਹਨਾਂ ਨੂੰ ਇਹ ਬੋਲੀ ਆਉਂਦੀ ਸੀਗੀ. ਚਲੋ ਸਾਨੂੰ ਥੋੜੀ ਜਿਹੀ ਹੈਲਪ ਹੋ ਗਈ. ਤੇ ਪਰ ਗੱਲ ਇਹ ਦੇਖੋ ਕਿ ਜਿਹੜਾ ਇਹ ਪੰਜਾਬ ਤੋਂ ਇੱਕ ਅੰਦੋਲਨ ਸ਼ੁਰੂ ਹੋਇਆ, ਪੂਰੀ ਦੁਨੀਆ ਵਿੱਚ ਫੈਲ ਗਿਆ ਤੇ ਉਹ ਪੰਜਾਬ ਦੇ ਪੱਖ ਵਿੱਚ ਇੱਥੇ ਆਏ, ਵਿਰੋਧ ਕਰਨ ਆਏ ਉਹ ਦਿੱਲੀ ਵਿੱਚ ਕਿ ਜੇ ਮੋਦੀ ਜੀ ਤੁਸੀਂ ਜੋ ਵੀ ਕਰ ਰਹੇ ਹੋ ਠੀਕ ਨਹੀਂ ਕਰ ਰਹੇ. ਤੇ ਉਹਨਾਂ ਦੇ ਬੋਲ ਕੀ ਸੀ? ਡੋਂਟ ਟਰਨ ਮੋਦੀ. ਸੋ ਇਹ ਗੱਲ ਜਿਹੜੀ ਆ ਉਹ ਸਾਨੂੰ ਬੜੀ ਚੰਗੀ ਲੱਗੀ. ਮੈਂ ਇੱਕ ਗੱਲ ਦੇਖੀ ਕਿ ਜਦੋਂ ਅਸੀਂ ਖੇਡਦੇ ਹੁੰਦੇ ਸੀਗੇ, ਮੈਂ ਅੱਗੇ ਅਕਸਰ ਗੱਲ ਕਰਦੀ ਰਹਿੰਦੀ ਹੁੰਦੀ ਆ, ਜਦੋਂ ਕਿੱਸਾ ਆ ਗਿਆ ਇੱਥੇ ਛੋਟਾ ਜਿਹਾ ਕਿੱਸਾ ਸੁਣਾਉਣਾ ਚਾਹੂੰਗੀ ਕਿ ਜਦੋਂ ਅਸੀਂ ਗੇਮ ਖੇਡਣ ਲਈ ਜਾਂਦੇ ਸੀਗੇ, ਨੈਸ਼ਨਲ ਵਾਸਤੇ ਜਾਂਦੇ ਸੀ, ਤੇ ਉੱਥੇ ਸਭ ਨੂੰ ਪਤਾ ਕਿ ਨੈਸ਼ਨਲ ਦੇ ਵਿੱਚ ਸਾਰੇ ਰਾਜਾਂ ਦੀਆਂ ਟੀਮਾਂ ਆਉਂਦੀਆਂ ਨੇ, ਅਲੱਗ-ਅਲੱਗ ਸਟੇਟ ਤੋਂ ਹਨਾ ਟੀਮਾਂ ਆਉਂਦੀਆਂ ਨੇ, ਤੇ ਉਹਨਾਂ ਦੀ ਭਾਸ਼ਾ ਵੀ ਅਲੱਗ-ਅਲੱਗ ਹੁੰਦੀ ਆ. ਦੇਖੋ ਸਾਨੂੰ ਭਾਸ਼ਾ ਆਉਂਦੀ ਨਹੀਂ ਹੁੰਦੀ ਸੀ ਕਦੇ, ਕਿਉਂਕਿ ਸੁਣੀ ਹੀ ਨਹੀਂ ਸਾਨੂੰ ਪੰਜਾਬੀ ਇੰਗਲਿਸ਼ ਹਿੰਦੀ ਤੋਂ ਇਲਾਵਾ. ਜੇ ਆਪਾਂ ਹੁਣ ਕੁਝ ਸਿੱਖਣਾ ਚਾਹੀਏ ਫਿਰ ਸਿੱਖ ਸਕਦੇ ਹਾਂ, ਕਿਉਂਕਿ ਸਾਡਾ ਕਲਚਰ ਨਹੀਂ ਹੈਗਾ. ਤਾਂ ਅਸੀਂ ਜਦੋਂ ਉੱਥੇ ਜਾਂਦੇ ਸੀ ਸਾਨੂੰ ਭਾਸ਼ਾ ਨਹੀਂ ਸਮਝ ਆਉਂਦੀ ਹੁੰਦੀ ਸੀ ਇੱਕ ਦੂਜੇ ਦੀ, ਪਰ ਹਾਂ ਅਸੀਂ ਗੱਲ ਜ਼ਰੂਰ ਕਰਦੇ ਹੁੰਦੇ ਸੀਗੇ. ਇਹ ਗੱਲ ਬਹੁਤ ਸੋਹਣੀ ਲੱਗੀ ਔਰ ਮੈਨੂੰ ਯਾਦ ਆ ਅਜੇ ਤੱਕ ਵੀ ਕਿ ਅਸੀਂ ਇੱਕ ਦੂਸਰੇ ਦੇ ਨਾਲ ਜਦੋਂ ਗੱਲ ਕਰਦੇ ਹੁੰਦੇ ਸੀ ਸਾਨੂੰ ਇੱਕ ਵੀ ਸ਼ਬਦ ਨਹੀਂ ਸਮਝ ਆਉਂਦਾ ਹੁੰਦਾ ਸੀ. ਅਸੀਂ ਪੰਜਾਬੀ ਬੋਲਦੇ ਸੀ, ਉਧਰੋਂ ਆਂਧਰਾ ਵਾਲੇ ਜਾਂ ਫਿਰ ਕੋਈ ਹੋਰ ਸਟੇਟ ਦੇ ਲੋਕ ਸੀ, ਨੇਪਾਲੀ ਸੀ, ਉਹ ਵੀ ਬੋਲਦੇ ਹੁੰਦੇ ਸੀ, ਪਰ ਸਾਨੂੰ ਸਮਝ ਨਹੀਂ ਆਉਂਦੀ ਸੀ. ਪਰ ਇੱਕ ਜਿਹੜੀ ਚੀਜ਼ ਸੀ ਸਮਝਣ ਵਾਲੀ ਉਹਦੇ ਵਿੱਚ ਇਹ ਸੀ ਕਿ ਦਿਲ ਦੀਆਂ ਭਾਵਨਾਵਾਂ ਵੀ ਤੇ ਥੋੜੇ ਜਿਹੇ ਇਸ਼ਾਰੇ ਵੀ ਜੀ, ਤੇ ਸਾਨੂੰ ਉਹਨਾਂ ਦੀ ਬਾਡੀ ਲੈਂਗੁਏਜ ਤੋਂ, ਉਹਨਾਂ ਦੇ ਗੱਲ ਕਰਨ ਦੇ ਤਰੀਕੇ ਤੋਂ ਸਾਨੂੰ ਸਮਝ ਆ ਜਾਂਦਾ ਸੀ ਵੀ ਉਹ ਕੀ ਕਹਿਣਾ ਚਾਹੁੰਦੇ ਨੇ. ਪਰ ਜਦੋਂ ਅਸੀਂ ਇਸ ਵੀਡੀਓ ਦੇ ਵਿੱਚ ਜਿੱਦਾਂ ਤੁਹਾਨੂੰ ਦਿਖਾਇਆ ਕਿ ਆਂਧਰਾ ਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਆ, ਤੇ ਆਂਧਰਾ ਦੇ ਕਿਸਾਨ ਜਿਹੜੇ ਨੇ ਉਹ ਵੀ ਉੱਥੇ ਪਹੁੰਚੇ ਹੋਏ ਨੇ, ਹਰੇਕ ਰਾਜਾਂ ਤੋਂ ਕਿਸਾਨ ਪਹੁੰਚ ਰਹੇ ਨੇ ਇਸ ਅੰਦੋਲਨ ਦੇ ਵਿੱਚ. ਤੇ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਸਾਨੂੰ ਭਾਸ਼ਾ ਭਾਵੇਂ ਨਹੀਂ ਸਮਝ ਆ ਰਹੀ ਸੀ, ਪਰ ਸਾਨੂੰ ਇਹ ਜ਼ਰੂਰ ਸਮਝ ਆ ਰਿਹਾ ਸੀਗਾ ਕਿ ਇਹ ਸਰਕਾਰ ਦਾ ਵਿਰੋਧ ਕਰ ਰਹੇ ਨੇ, ਸਰਕਾਰਾਂ ਦਾ ਜੰਮ ਕੇ ਵਿਰੋਧ ਹੋ ਰਿਹਾ ਆ, ਔਰ ਬੜੇ ਹੀ ਮਤਲਬ ਕਹਿ ਲਓ ਉੱਪਰ ਲੈਵਲ ਤੇ ਜਾ ਕੇ ਵਿਰੋਧ ਹੋ ਰਿਹਾ ਹੈ. ਪੂਜਾ ਜੀ ਸਾਡੇ ਕੋਲ ਥੋੜਾ ਸਮਾਂ ਘੱਟ ਸੀ ਜੀ, ਫਿਲਹਾਲ ਅਸੀਂ ਮੇਰੇ ਹਿਸਾਬ ਨਾਲ 7 ਤੋਂ 8 ਬੰਦੇ ਨਾਲ ਗੱਲਬਾਤ ਕੀਤੀ, ਪਰ ਜਦੋਂ ਸਾਨੂੰ ਪਤਾ ਲੱਗਾ ਇਹ 200 ਬੰਦਾ ਆਇਆ ਹੋਇਆ, ਹਾਂਜੀ 200 ਤਾਂ ਚਲੋ ਇਹ ਸਿਰਫ ਕਹਿਣ ਦੀ ਗੱਲ ਸੀਗੀ, ਪਰ ਉਸ ਤੋਂ ਇਲਾਵਾ ਵੀ ਹੋਰ ਬੰਦੇ ਬਹੁਤ ਨੇ. ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜੇਕਰ ਇੱਕ ਸੰਘਰਸ਼ ਇਦਾਂ ਹੀ ਚੱਲਦਾ ਰਿਹਾ ਨਾ ਤਾਂ ਇਹ 200 ਤਾਂ ਹਜੇ ਬਹੁਤ ਥੋੜੀ ਗਿਣਤੀ ਆ. ਪੂਰਾ ਆਂਧਰਾ ਪ੍ਰਦੇਸ਼, ਪੂਰਾ ਕਰਨਾਟਕ ਜਿਹੜਾ ਹੈ ਉਹ ਵੀ ਉੱਥੇ ਪਹੁੰਚ ਜਾਵੇਗਾ. ਤੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਸਾਨੂੰ ਇਹ ਵੀ ਪਤਾ ਲੱਗਿਆ, ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ, ਕਿ ਲੋਕੀ ਇਹ ਕਹਿ ਰਹੇ ਨੇ ਕਿ ਜਿੱਦਾਂ ਸਾਡੇ ਹਾਲਾਤ ਯੂਪੀ ਬਿਹਾਰ ਦੇ ਕੀਤੇ ਨੇ ਉਦਾਂ ਹੀ ਹਾਲਾਤ ਪੰਜਾਬ ਦੇ ਬਣਾਉਣ ਵਾਸਤੇ ਜਿਹੜੀ ਸਰਕਾਰ ਆ ਉਹ ਕੋਸ਼ਿਸ਼ ਕਰ ਰਹੀ ਹੈਗੀ ਆ. ਇੱਕ ਗੱਲ ਹੋਰ ਪੂਜਾ ਜੀ, ਪੰਜਾਬ ਤੋਂ ਮੈਨੂੰ ਕੁਝ ਯਾਦ ਆ ਗਿਆ ਕਿ ਪੰਜਾਬ ਸਾਡਾ ਜਾਗਿਆ ਸੁੱਤਾ ਸੀ, ਇਹ ਗੱਲ ਕਹਿਣ ਵਾਲੀ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ. ਪੰਜਾਬ ਸਾਡਾ ਸੁੱਤਾ ਸੀ, ਜਾਗਿਆ, ਪਰ ਬਹੁਤ ਵੱਡੀ ਗੱਲ ਆ ਕਿ ਚਲੋ ਦੇਰ ਨਾਲ ਜਾਗਿਆ ਪਰ ਐਦਾਂ ਦਾ ਜਾਗਿਆ ਕਿ ਪੂਰੀ ਦੁਨੀਆ ਜਗਾ ਦਿੱਤੀ.
ਜੀ ਇੱਥੇ ਹੁਣ ਮੈਂ ਉਹੀ ਗੱਲ ਕਹਿਣਾ ਚਾਹੂੰਗੀ ਕਿ ਕਿਸਾਨੀ ਅੰਦੋਲਨ ਤਾਂ ਹਰ ਕੋਈ ਕਹਿ ਰਿਹਾ ਆ, ਪਰ ਇਹਦੀ ਵਿਆਖਿਆ ਕਰਨੀ ਜ਼ਰੂਰੀ ਹੈ। ਬਿਲਕੁਲ। ਕਿਉਂਕਿ ਕਿਸਾਨੀ ਅੰਦੋਲਨ ਜਿਹੜਾ ਆ ਉਹ ਹੁਣ ਇੱਕ ਲੜਾਈ ਬਣ ਚੁੱਕੀ ਹੈ, ਇੱਕ ਸੰਘਰਸ਼ ਬਣ ਚੁੱਕਿਆ ਆ। ਉਹ ਕਿਸੇ ਇੱਕ ਬੰਦੇ ਦੀ ਆਵਾਜ਼ ਨਹੀਂ ਰਹੀ, ਉਹ ਲੱਖਾਂ ਲੋਕਾਂ ਦੀ ਆਵਾਜ਼ ਬਣ ਚੁੱਕੀ ਹੈ। ਤੇ ਕਿਸਾਨੀ ਅੰਦੋਲਨ ਹੋ ਜਾਣਾ ਮਤਲਬ ਪੰਜਾਬ ਹੋ ਜਾਣਾ, ਪੰਜਾਬ ਹੋ ਜਾਣਾ ਮਤਲਬ ਇਨਕਲਾਬ ਹੋ ਜਾਣਾ। ਜੋ ਇਨਕਲਾਬ ਦੀ ਲਹਿਰ ਹੁਣ ਸ਼ੁਰੂ ਹੋਈ ਹੈ ਸਾਡੇ ਪੰਜਾਬ ਤੋਂ, ਉਹ ਕੱਲੀ ਪੰਜਾਬ ਤੱਕ ਸੀਮਿਤ ਨਹੀਂ ਰਹਿ ਗਈ, ਉਹ ਬਲਕਿ ਪੰਜਾਬ ਤੋਂ ਬਾਹਰਲੇ ਦੇਸ਼ਾਂ ਤੋਂ, ਮਤਲਬ ਕਹਿ ਲਓ ਕਿ ਪੱਛਮ ਚ ਕੈਨੇਡਾ ਦੇ ਤੱਟ ਤੋਂ ਲੈ ਕੇ ਆਸਟ੍ਰੇਲੀਆ ਦੇ ਤੱਟ ਤੱਕ ਫੈਲ ਚੁੱਕੀ ਹੈ ਇਹ ਗੱਲ। ਤੇ ਹਰੇਕ ਬੰਦਾ ਇਹਦੇ ਵਿੱਚ ਆ ਰਿਹਾ ਆ, ਆਪਣੀ ਗੱਲ ਰੱਖ ਰਿਹਾ ਆ, ਸਰਕਾਰਾਂ ਦਾ ਵਿਰੋਧ ਕਰ ਰਿਹਾ ਆ। ਜੀ ਅਸੀਂ ਗੱਲ ਕਰ ਰਹੇ ਸੀਗੇ ਕਿ ਇਹ ਅੰਦੋਲਨ ਜਿਹੜਾ ਕੱਲਾ ਸਾਡਾ ਪੰਜਾਬ ਦਾ ਨਹੀਂ ਰਹਿ ਚੁੱਕਿਆ, ਪੂਰੇ ਦੇਸ਼ ਦਾ ਕਹਿ ਲਓ ਜਾਂ ਫਿਰ ਅੰਤਰਰਾਸ਼ਟਰੀ ਲੈਵਲ ਤੱਕ ਵੀ ਇਹ ਗੱਲ ਪਹੁੰਚ ਚੁੱਕੀ ਹੈ। ਤੇ ਜਿਹੜੇ ਵਿਦਿਆਰਥੀ ਸਾਡੇ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਨੇ ਸਾਡੇ ਪੰਜਾਬ ਤੋਂ ਗਏ ਹੋਏ ਨੇ ਜਾਂ ਫਿਰ ਹੋਰ ਸਟੇਟਾਂ ਤੋਂ ਗਏ ਹੋਏ ਨੇ, ਉੱਥੇ ਫੈਕਟਰੀਆਂ ਦੇ ਵਿੱਚ 18-18 ਘੰਟੇ ਕਾਫੀ ਹਾਊਸਸ ਦੇ ਵਿੱਚ ਕੰਮ ਕਰਦੇ ਨੇ। ਕਿਸੇ ਨੇ ਇਹ ਨਹੀਂ ਸੋਚਿਆ ਸੀਗਾ ਕਿ ਉਹੀ ਵਿਦਿਆਰਥੀ ਜਿਹੜੇ ਨੇ ਹੱਥਾਂ ਦੇ ਵਿੱਚ ਪੋਸਟਰ ਲੈ ਕੇ ਉਹੀ ਫੈਕਟਰੀਆਂ ਉਹੀ ਕਾਫੀ ਹਾਊਸਸ ਦੇ ਸਾਹਮਣੇ ਪੋਸਟਰ ਲੈ ਕੇ ਖੜੇ ਹੋ ਜਾਣਗੇ ਤੇ ਸੇਵ ਫੂਡ ਸੇਵ ਫਾਰਮਰਸ ਦਾ ਨਾਰਾ ਲਾਉਣਗੇ। ਬਿਲਕੁਲ। ਤੇ ਇਸ ਤੋਂ ਇਲਾਵਾ ਜੇ ਹੁਣ ਗੱਲ ਕੀਤੀ ਜਾਵੇ, ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਸੇਵ ਫੂਡ ਸੇਵ ਕਹਿਤਾ ਮੈਂ, ਚਲੋ ਕੋਈ ਗੱਲ ਨਹੀਂ, ਤੁਹਾਨੂੰ ਹੁਣ ਲੱਗਦਾ ਭੁੱਖ ਲੱਗ ਗਈ ਇਸ ਕਰਕੇ ਸੇਵ ਨਿਕਲ ਰਿਹਾ ਸੇਵ ਫੂਡ ਤੇ ਸੇਵ ਫਾਰਮਰ, ਬਹੁਤ ਵੱਡੀ ਗੱਲ ਔਰ ਸੱਚ ਆ। ਕਿਉਂਕਿ ਜੇ ਕਿਸਾਨ ਨਾ ਬਚਿਆ ਸ਼ਾਇਦ ਅਸੀਂ ਵੀ ਨਹੀਂ ਬਚ ਸਕਦੇ, ਕਿਉਂਕਿ ਜੇ ਕਿਸਾਨ ਆ ਤਾਂ ਅਸੀਂ ਆ। ਜੇ ਕਿਸਾਨ ਆਪਣੇ ਖੇਤ ਵਿੱਚ ਅੰਨ ਨਾ ਉਗਾਵੇ ਤੇ ਸਾਨੂੰ ਖਾਣ ਨੂੰ ਕੁਝ ਵੀ ਨਹੀਂ ਮਿਲੇਗਾ। ਸ਼ਾਇਦ ਇਹ ਗੱਲ ਸਰਕਾਰਾਂ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ। ਬੱਚਾ ਇਹ ਗੱਲ ਕਹਿ ਰਿਹਾ ਹੈ ਕਿ ਜਿਹੜੇ ਬਿੱਲ ਆ ਉਹਨਾਂ ਨੂੰ ਰੱਦ ਕੀਤੇ ਜਾਵੇ ਤੇ ਕਿਸਾਨਾਂ ਦੀ ਹਮਾਇਤ ਕੀਤੀ ਜਾਵੇ, ਕਿਸਾਨਾਂ ਦੇ ਹੱਕ ਵਿੱਚ ਜਿਹੜਾ ਫੈਸਲਾ ਸੁਣਾਇਆ ਜਾਵੇ। ਜੀ ਤੇ ਹੁਣ ਅਸੀਂ ਅੱਗੇ ਵੱਧਦੇ ਹਾਂ ਤੇ ਅੱਗੇ ਗੱਲਬਾਤ ਕਰਦੇ ਹਾਂ ਕਿ ਜਦੋਂ ਅਸੀਂ ਉੱਥੇ ਪਹੁੰਚੇ ਤੇ ਲੋਕਾਂ ਦਾ ਰਵੱਈਆ ਦੇਖਿਆ, ਲੋਕਾਂ ਨਾਲ ਗੱਲਬਾਤ ਕੀਤੀ, ਉਹਨਾਂ ਦੇ ਕੋਲੋਂ ਬਹੁਤ ਸਾਰੇ ਵਿਚਾਰ ਜਿਹੜੇ ਸੀ ਸਾਨੂੰ ਸੁਣਨ ਨੂੰ ਮਿਲੇ ਨੇ, ਗੱਲਾਂ ਸੁਣਨ ਨੂੰ ਮਿਲੀਆਂ ਨੇ। ਤੇ ਮੈਂ ਇੱਕ ਗੱਲ ਉੱਥੇ ਨੋਟ ਕੀਤੀ ਹੈ, ਅਸੀਂ ਇੱਕ ਬਜ਼ੁਰਗ ਮਤਲਬ ਮਾਤਾ ਜੀ ਨਾਲ ਗੱਲ ਕਰ ਰਹੇ ਸੀਗੇ ਜਦੋਂ ਅਸੀਂ ਇੰਟਰਵਿਊ ਕਰ ਰਹੇ ਸੀ। ਤੁਸੀਂ ਉਹ ਦੇਖੋ, ਉਹਨਾਂ ਦੀ ਉਮਰ 70 ਸਾਲ ਸੀਗੀ ਤੇ ਮੈਂ ਬੜੀ ਭਾਵੁਕ ਹੋ ਗਈ ਸੀ ਉਹਨਾਂ ਦੀ ਇਹ ਗੱਲ ਸੁਣ ਕੇ। ਭਾਵੁਕ ਇੰਟਰਵਿਊ ਕਹਿ ਲਓ ਜੀ, ਮੈਂ ਵੀ ਹੋ ਗਿਆ ਸੀਗਾ। ਮੈਂ ਤੁਹਾਨੂੰ ਆਪ ਹੀ ਕਹਿਤਾ ਸੀ ਕਿ ਚਲੋ ਹੁਣ ਇੱਥੇ ਬੰਦ ਕਰ ਦਿਓ, ਕਿਉਂਕਿ ਸੱਚੀ ਗੱਲ ਹੈ ਸਾਡੇ ਹੰਝੂ ਨਹੀਂ ਰੁਕ ਰਹੇ ਸੀ। ਉਹਨਾਂ ਨੂੰ ਸਾਹ ਦੀ ਪ੍ਰੋਬਲਮ ਸੀ। ਸਾਹ ਦੀ ਪ੍ਰੋਬਲਮ ਦੇ ਹੋਣ ਦੇ ਬਾਵਜੂਦ ਵੀ ਉਹ ਟੀਚਰਸ ਲਿਖੇ ਨਹੀਂ ਟੀਚਰ ਨਹੀਂ ਸੀਗੇ ਉਹ, ਦਵਿੰਦਰ ਜੀ ਟੀਚਰਸ ਦੇ ਨਾਲ ਆਏ ਸੀ, ਇੱਕ ਗਰੁੱਪ ਸੀ ਟੀਚਰਸ ਦਾ। ਤੇ ਜਦੋਂ ਅਸੀਂ ਉਹਨਾਂ ਦੇ ਨਾਲ ਇੰਟਰਵਿਊ ਕਰ ਰਹੇ ਸੀਗੇ ਤੇ ਮਾਤਾ ਜੀ ਤੇ ਨਜ਼ਰ ਪਈ ਤੇ ਮਾਤਾ ਜੀ ਨਾਲ ਜਦੋਂ ਅਸੀਂ ਗੱਲ ਕੀਤੀ ਤੇ ਉਹਨਾਂ ਦੇ ਕੋਲੋਂ ਬੋਲਿਆ ਨਹੀਂ ਜਾ ਰਿਹਾ ਸੀ। ਤੇ ਅਸੀਂ ਪੁੱਛਿਆ ਵੀ ਮਾਤਾ ਜੀ ਤੁਸੀਂ ਇੰਨੀ ਉਮਰ ਦੇ ਵਿੱਚ ਇੱਥੇ ਕਿਵੇਂ ਆਏ ਹੋ, ਤੁਸੀਂ ਕੀ ਸੋਚਿਆ, ਕਿਉਂ ਤੁਸੀਂ ਐਡੀ ਦੂਰੋਂ ਚੱਲ ਕੇ ਇੱਕ ਗਰੁੱਪ ਦੇ ਨਾਲ ਸਟੇਜ ਤੱਕ ਜਾ ਰਹੇ ਹੋ। ਉਹ ਕਹਿੰਦੇ ਕਿ ਅਸੀਂ ਆਪਣੇ ਹੱਕਾਂ ਲਈ ਲੜਨ ਆਏ ਆ ਤੇ ਹੱਕਾਂ ਦੀ ਲੜਾਈ ਦੇ ਵਿੱਚ ਮੈਂ ਪਿੱਛੇ ਨਹੀਂ ਰਹਿਣਾ ਚਾਹੁੰਦੀ ਸੀਗੀ। ਤੇ ਮੈਨੂੰ ਨਾਲਦਿਆਂ ਨੇ ਦੱਸਿਆ, ਉਹਨਾਂ ਦੇ ਜਿਹੜੇ ਨਾਲ ਸੀ ਉਹਨਾਂ ਨੇ ਇਹ ਦੱਸਿਆ ਕਿ ਇਹ ਜਿਹੜੇ ਮਾਤਾ ਜੀ ਸੀ ਇੱਕ ਜਥੇਬੰਦੀ ਦੇ ਨਾਲ ਆਏ ਸੀਗੇ ਤੇ ਉਹ ਜਥੇਬੰਦੀ ਇਹਨਾਂ ਨੂੰ ਇਹ ਕਹਿ ਕੇ ਇੱਥੇ ਛੱਡ ਕੇ ਅੱਗੇ ਤੁਰ ਪਈ ਕਿ ਵੀ ਤੁਹਾਨੂੰ ਸਾਹ ਦੀ ਦਿੱਕਤ ਹੈ, ਤੁਸੀਂ ਅੱਗੇ ਨਹੀਂ ਤੁਰ ਸਕੋਗੇ, ਸੋ ਤੁਸੀਂ ਇੱਥੇ ਬੈਠ ਕੇ ਆਰਾਮ ਕਰੋ। ਪੂਜਾ ਜੀ ਹੁਣ ਵੀ ਇਹ ਸੋਚ ਕੇ ਰੌਂਗਟੇ ਖੜੇ ਹੋ ਰਹੇ ਨੇ। ਮੈਨੂੰ ਹੁਣ ਵੀ ਯਾਦ ਹੈ ਕਿ ਉਹ ਮਾਤਾ ਜੀ ਦਾ ਕੀ ਹਾਲ ਸੀ। ਸੱਚ ਵਿੱਚ ਉਹਨਾਂ ਨੂੰ ਸੱਚੀ ਸਾਹ ਚੜ ਰਿਹਾ ਸੀ। ਬਸ ਇੱਕ ਗੱਲ ਸੀ, ਉਹਨਾਂ ਦੇ ਅੰਦਰ ਉਹ ਹੌਸਲਾ, ਉਹ ਜੋਸ਼ ਦੇਖਣ ਵਾਲਾ ਸੀਗਾ। ਬਿਲਕੁਲ। ਤੇ ਉਹ ਜੋਸ਼, ਉਹ ਹੌਸਲਾ ਸਾਡੇ 'ਚ ਵੀ ਹੋਣਾ ਚਾਹੀਦਾ ਹੈ ਤੇ ਸਾਨੂੰ ਵੀ ਘਰਾਂ ਚੋਂ ਨਿਕਲਣਾ ਚਾਹੀਦਾ। ਜਿਹੜੇ ਲੋਕੀ ਹਜੇ ਤੱਕ ਘਰਾਂ ਦੇ ਵਿੱਚ ਬੈਠੇ ਨੇ, ਮੈਂ ਗੱਲ ਕਰਦੀ ਹਾਂ ਕਿ ਬਈ ਵਕਤ ਹੈ ਇਹ ਵਕਤ ਹੈ ਸੰਭਾਲਣ ਦਾ। ਜੇਕਰ ਅਸੀਂ ਹੁਣ ਵਕਤ ਨਹੀਂ ਸੰਭਾਲਿਆ ਨਾ ਤੇ ਆਉਣ ਵਾਲਾ ਜਿਹੜਾ ਵਕਤ ਪਏਗਾ ਨਾ ਉਹਦੇ ਜ਼ਿੰਮੇਵਾਰ ਅਸੀਂ ਆਪ ਹੋਵਾਂਗੇ। ਔਰ ਦੂਜੀ ਗੱਲ ਇਹ ਕਿ ਇਹ ਇੱਕ ਇਤਿਹਾਸ ਰਚਿਆ ਜਾ ਰਿਹਾ ਹੈ ਜੋ ਆਉਣ ਵਾਲੀ ਪੀੜ੍ਹੀ ਨੂੰ ਕਿਤਾਬਾਂ ਦੇ ਵਿੱਚ ਪੜ੍ਹਨ ਨੂੰ ਤੇ ਸੁਣਨ ਨੂੰ ਤੇ ਦੇਖਣ ਨੂੰ ਮਿਲੇਗਾ। ਇੱਕ ਕਲਾਕਾਰ ਨੇ ਬਹੁਤ ਸੋਹਣੀ ਗੱਲ ਕਹੀ ਸੀ ਸਟੇਜ ਤੇ ਆ ਕੇ, ਮੈਨੂੰ ਯਾਦ ਹੈ ਕਿ ਅਸੀਂ ਜਦੋਂ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ, ਅਸੀਂ ਸਾਰੇ ਸਬਜੈਕਟ ਪੜ੍ਹੇ ਨੇ। ਅਸੀਂ ਮੈਥ ਦਾ ਸਬਜੈਕਟ ਪੜ੍ਹਿਆ ਆ, ਉਹਦਾ ਪ੍ਰੈਕਟੀਕਲ ਕੀਤਾ ਆ, ਹਨਾ। ਤੇ ਅਸੀਂ ਜਦੋਂ ਪੋਲਿਟਿਕਸ ਦੀ ਗੱਲ ਕਰਦੇ ਆ, ਅਸੀਂ ਉਹ ਵੀ ਪ੍ਰੈਕਟੀਕਲੀ ਦੇਖਦੇ ਆ। ਇੱਕ ਜਿਹੜੀ ਹਿਸਟਰੀ ਹੈ, ਇੱਕ ਇਤਿਹਾਸ ਆ ਨਾ ਜਿਹੜਾ, ਅਸੀਂ ਉਹਦਾ ਪ੍ਰੈਕਟੀਕਲ ਨਹੀਂ ਦੇਖਿਆ ਸੀ ਕਦੇ ਵੀ। ਤੇ ਅੱਜ ਸਾਡੇ ਸਾਹਮਣੇ ਜੋ ਹੋ ਰਿਹਾ ਹੈ ਸੰਘਰਸ਼ ਦੇ ਅੱਗੇ ਸਾਨੂੰ ਦੇਖਣ ਨੂੰ ਮਿਲ ਰਿਹਾ ਆ, ਉਹ ਇਤਿਹਾਸ ਦਾ ਪ੍ਰੈਕਟੀਕਲ ਹੈ। ਤੋ ਇਤਿਹਾਸ ਨਾਲ ਜਾਣੂ
ਹੋਣਾ ਜ਼ਰੂਰੀ ਹੈ, ਇਤਿਹਾਸ ਬਣ ਰਿਹਾ ਹੈ ਤੇ ਇਹੀ ਕੱਲ ਨੂੰ ਕਿਤਾਬਾਂ ਦੇ ਵਿੱਚ ਪੜਾਇਆ ਜਾਵੇਗਾ। ਤੇ ਜੇਕਰ ਤੁਸੀਂ ਅੱਜ ਨਹੀਂ ਘਰੋਂ ਨਿਕਲੇ ਤੇ ਅੱਜ ਆਪਣੇ ਬੱਚਿਆਂ ਨੂੰ ਇਤਿਹਾਸ ਬਣਦਾ ਨਹੀਂ ਦਿਖਾਇਆ ਨਾ, ਤੇ ਕੱਲ ਕਿਤਾਬਾਂ ਦੇ ਵਿੱਚ ਹੀ ਤੁਸੀਂ ਆਪਣੇ ਬੱਚਿਆਂ ਨੂੰ ਇਹ ਪੜਾਓਗੇ। ਬਿਲਕੁਲ। ਜੇ ਨਜ਼ਰ ਥੋੜੀ ਜਿਹੀ ਪਿੱਛੇ ਮਾਰੀਏ, 2020 ਦੇ ਵਿੱਚ ਇੱਕ ਮਹਾਮਾਰੀ ਆਈ ਕਰੋਨਾ, ਤੇ ਹੁਣ ਇੱਕ ਸਾਡਾ ਸੰਘਰਸ਼ ਜਿਹੜਾ ਕਿਸਾਨੀ ਸੰਘਰਸ਼ ਆ, ਹੁਣ ਅਸੀਂ ਵੀ ਦੱਸ ਸਕਦੇ ਹਾਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਕਿ ਅਸੀਂ ਇੱਕ ਮਹਾਮਾਰੀ ਵੀ ਦੇਖੀ ਆ ਤੇ ਇੱਕ ਅਸੀਂ ਇਤਿਹਾਸ ਬਣਦਾ ਵੀ ਦੇਖਿਆ ਆ। ਜੀ ਜੇ ਅਸੀਂ ਗੱਲ ਕਰ ਰਹੇ ਸੀਗੇ ਕਿ ਲੋਕ ਕਿਵੇਂ ਆ ਰਹੇ ਨੇ, ਲੋਕਾਂ ਦਾ ਹੌਸਲਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਇਸ ਸੰਘਰਸ਼ ਦੇ ਵਿੱਚ, ਇਸ ਲੜਾਈ ਦੇ ਵਿੱਚ। ਤੇ ਦੂਸਰੀ ਗੱਲ, ਜਦੋਂ ਅਸੀਂ ਗੱਲ ਕਰ ਰਹੇ ਸੀ ਕਿ ਆਂਧਰਾ ਦੇ ਕਿਸਾਨ ਜਿਹੜੇ ਉੱਥੇ ਪਹੁੰਚੇ ਹੋਏ ਸੀਗੇ, ਤੇ ਹਰ ਰਾਜ ਦੇ ਵਿੱਚ ਕਿਸਾਨ ਜ਼ਰੂਰ ਹੈ ਕਿਉਂਕਿ ਖੇਤੀ ਹਰ ਰਾਜ ਦੇ ਵਿੱਚ ਹੁੰਦੀ ਹੈ, ਅੰਨ ਹਰ ਕੋਈ ਖਾਂਦਾ ਆ। ਤੇ ਇੱਥੇ ਜਦੋਂ ਹੁਣ ਮੈਂ ਗੱਲ ਕੀਤੀ ਆਂਧਰਾ ਦੀ, ਤੇ ਆਂਧਰਾ ਦੇ ਵਿੱਚ 62% ਲੋਕ ਜਿਹੜੇ ਨੇ ਉਹ ਖੇਤੀਬਾੜੀ ਤੇ ਨਿਰਭਰ ਨੇ। ਤੇ ਉੱਥੇ ਦੀ ਜਿਹੜੀ ਖੇਤੀਬਾੜੀ ਮੇਨ ਖੇਤੀ ਹੁੰਦੀ ਆ ਉਹ ਗੰਨੇ ਦੀ, ਮੱਕੀ ਦੀ, ਜਵਾਰ ਦੀ ਹੁੰਦੀ ਆ। ਤੇ ਦੇਖੋ ਵੀ ਇੰਨੇ ਲੋਕ ਉੱਥੇ ਡਿਪੈਂਡ ਨੇ, ਤੇ ਹਾਂ ਚਾਵਲ ਵੀ ਜਿਹੜੇ ਨੇ ਉੱਥੇ ਹੁੰਦੀ ਆ ਖੇਤੀ ਉਹਨਾਂ ਦੀ। ਤੇ ਉੱਥੇ ਦੇ ਜਿਹੜੇ ਲੋਕ ਨੇ ਹੁਣ ਉਹ ਵੀ ਜਾਗ ਗਏ ਨੇ ਕਿ ਜਦੋਂ ਪਿੱਛੇ ਸ਼ਾਹੀਨ ਬਾਗ ਵਾਲਾ ਮੁੱਦਾ ਹੋਇਆ ਸੀਗਾ, ਉਦੋਂ ਵੀ ਅੰਦੋਲਨ ਸ਼ੁਰੂ ਹੋਇਆ ਸੀ, ਪਰ ਸਰਕਾਰਾਂ ਨੇ ਉਹਦੇ ਉੱਤੇ ਵੀ ਇੱਕ ਪਰਤ ਚੜਾ ਦਿੱਤੀ। ਉਸ ਮਾਹੌਲ ਨੂੰ ਜਿਹੜਾ ਆ ਉਹ ਖਤਮ ਕਰ ਦਿੱਤਾ ਗਿਆ। ਉਹ ਹੱਕਾਂ ਦੀ ਲੜਾਈ ਜਿਹੜੀ ਸ਼ੁਰੂ ਹੋਈ ਸੀਗੀ, ਉਹ ਲੜਾਈ ਵੀ ਦੱਬ ਕੇ ਰਹਿ ਗਈ ਹੈ ਕਿਤੇ ਨਾ ਕਿਤੇ। ਪਰ ਹੁਣ ਜਿਹੜੀ ਲੜਾਈ ਕਿਸਾਨਾਂ ਨੇ ਸ਼ੁਰੂ ਕੀਤੀ ਹੈ, ਉਹ ਲੜਾਈ ਦੱਬਣ ਵਾਲੀ ਤਾਂ ਬਿਲਕੁਲ ਨਹੀਂ ਹੈਗੀ, ਹਾਰਨ ਵਾਲੇ ਤਾਂ ਬਿਲਕੁਲ ਨਹੀਂ ਹੈਗੇ। ਤੇ ਜੇਕਰ ਭੁਲੇਖਾ ਸਰਕਾਰਾਂ ਨੂੰ ਤਾਂ ਸ਼ਾਇਦ ਇਹ ਨਿਕਲ ਵੀ ਜਾਏਗਾ। ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਕਿ ਸਰਕਾਰਾਂ ਨੇ ਕੋਈ ਘਾਟ ਵੀ ਨਹੀਂ ਛੱਡੀ ਇਹ ਅੰਦੋਲਨ ਨੂੰ ਢਿੱਲਾ ਪਾਉਣ ਦੀ, ਕਿਉਂਕਿ ਜਦੋਂ ਆਪਾਂ ਉੱਥੇ ਪਹੁੰਚੇ ਪਹਿਲੇ ਦਿਨ ਸ਼ਾਇਦ ਉੱਥੇ 2 ਮੁੰਡੇ ਫੜੇ ਗਏ ਸੀ ਜਿਹੜੇ ਕਿ ਸ਼ਰਾਰਤੀ ਅਨਸਰ ਸੀਗੇ, ਕਿ ਕੁਝ ਜਿਹੜਾ ਮਾਹੌਲ ਉਹ ਖਰਾਬ ਕਰਨਾ ਚਾਹੁੰਦੇ ਸੀ। ਤੇ ਉੱਥੇ ਇੱਕ ਇਹ ਵੀ ਗੱਲ ਹੋਈ ਸੀ ਕਿ ਡਰੋਨ ਦੇ ਨਾਲ ਉਹ ਵੀਡੀਓ ਸ਼ੂਟ ਕਰ ਰਹੇ ਸੀ। ਬਹੁਤ ਸਾਰੇ ਲੋਕ ਇਦਾਂ ਦੇ ਆ ਰਹੇ ਨੇ, ਹਜੇ ਤੱਕ ਉੱਥੇ ਇਦਾਂ ਦੇ ਕਿਸੇ ਕਹਾਣੀਆਂ ਸਾਨੂੰ ਸੁਣਨ ਨੂੰ ਮਿਲ ਰਹੇ ਨੇ। ਕਿਸਾਨੀ ਆਗੂ ਸਾਨੂੰ ਸਮੇਂ-ਸਮੇਂ ਤੇ ਆ ਕੇ ਸਟੇਜ ਦੇ ਉੱਤੇ ਇਹ ਵੀ ਚੀਜ਼ਾਂ ਦੱਸਦੇ ਰਹਿੰਦੇ ਨੇ ਕਿ ਬਈ ਅੱਜ ਇੱਥੇ ਆ ਮਾਹੌਲ ਹੋਇਆ, ਇੱਥੇ ਕੱਲ ਆ ਵਾਰਦਾਤ ਹੋਈ ਹੈ। ਤੇ ਪਿੱਛੇ ਜੇ ਮੈਂ ਗੱਲ ਸੁਣ ਰਹੀ ਸੀ ਕਿ 2 ਪੁਲਿਸ ਮੁਲਾਜ਼ਮ ਭੇਜੇ ਗਏ ਸੀ ਸ਼ਰਾਬ ਦੀਆਂ ਬੋਤਲਾਂ ਲੈ ਕੇ ਮੋਟਰਸਾਈਕਲ ਦੇ ਉੱਤੇ, ਜਿਹੜੇ ਕਿ ਦੌੜ ਗਏ। ਉਸ ਤੋਂ ਬਾਅਦ ਜਦੋਂ ਉਹਨਾਂ ਦੀ ਨਜ਼ਰ ਪਈ ਨਾ ਤੇ ਦੌੜ ਗਏ। ਹੁਣ ਨਿਗਰਾਨੀ ਦੇਖੋ ਕਿਸ ਹਿਸਾਬ ਦੇ ਨਾਲ ਰੱਖੀ ਜਾ ਰਹੀ ਹੈ, ਠਿਕਰੀ ਪੈਰਾ ਲੱਗ ਰਿਹਾ ਹੈ। ਜਦੋਂ ਇਹ ਲਗਾਤਾਰ ਗੱਲਾਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਕਿ ਬਈ ਸ਼ਰਾਰਤੀ ਅਨਸਰ ਇਸ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਕੋਈ ਏਦਾਂ ਦੀ ਮੰਦਭਾਗੀ ਘਟਨਾ ਉਹਦੇ ਵਿੱਚ ਨਾ ਹੋਵੇ, ਇਸ ਕਰਕੇ ਕਿਸਾਨੀ ਆਗੂਆਂ ਨੇ, ਲੀਡਰਸ ਨੇ ਮਿਲ ਕੇ ਇੱਕ ਟੀਮ ਬਣਾਈ। 100 ਬੰਦੇ ਦੀ ਟੀਮ ਸੀ ਠਿਕਰੀ ਪੈਰਾ ਲਾਉਣ ਦੀ, ਜਿਹੜੀ ਕਿ ਅਸੀਂ ਸੁਣਦੇ ਹੁੰਦੇ ਸੀ ਸਾਡੇ ਪਿੰਡਾਂ ਵਿੱਚ ਲੱਗਦਾ ਹੁੰਦਾ ਸੀ ਕਿ ਪੂਰੀ ਰਾਤ ਪਿੰਡਾਂ ਦੇ ਜਿਹੜੇ ਨੌਜਵਾਨ ਜਾਂ ਬਜ਼ੁਰਗ ਜਾਂ ਹੋਰ ਇਕੱਠੇ ਹੋ ਕੇ ਠਿਕਰੀ ਪੈਰਾ ਲਾਉਂਦੇ ਹੁੰਦੇ ਸੀ ਕਿ ਕਹਿ ਲਓ ਕਿ ਪਿੰਡ ਦੇ ਵਿੱਚ ਕੋਈ ਚੋਰ ਨਾ ਆ ਸਕੇ, ਕੋਈ ਲੁਟੇਰਾ ਨਾ ਆ ਸਕੇ। ਤੇ ਉਹੀ ਚੀਜ਼ ਠਿਕਰੀ ਪੈਰਾ ਜਿਹੜਾ ਸਾਨੂੰ ਉਸ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲਿਆ। ਤੇ ਇੱਥੇ ਇੱਕ ਗੱਲ ਮੈਂ ਹੋਰ ਕਿਹੜੀ ਚਾਹੂੰਗਾ, ਹਲੇ ਸ਼ਾਇਦ ਮੈਂ ਕੱਲ ਜਾਂ ਪਰਸੋਂ ਵੀਡੀਓ ਦੇਖੀ, ਇੱਕ ਸਰਦਾਰ ਬੰਦਾ, ਉਹਦੇ ਮੂੰਹ 'ਚ ਸੀ ਪਾਨ, ਉਹ ਵੀ ਉੱਥੇ ਫੜਿਆ ਗਿਆ ਕਿ ਉਹ ਵੀ ਜਿੱਥਾ ਕਹਿ ਲਓ ਕਿ ਮਾਹੌਲ ਖਰਾਬ ਕਰਨ ਲੱਗਾ ਸੀ ਤੇ ਉਹ ਲੋਕਾਂ ਨੇ ਉੱਥੇ ਪਹਿਲੇ ਫੜ ਲਿਆ। ਜੀ ਇਹ ਸਮੇਂ-ਸਮੇਂ ਤੇ ਸਾਡੇ ਲੀਡਰਸ ਸਾਨੂੰ ਆਗੂ ਜਿਹੜੇ ਨੇ ਉਹ ਦੱਸਦੇ ਰਹਿੰਦੇ ਨੇ ਕਿ ਬਈ ਇਹਨਾਂ ਚੀਜ਼ਾਂ ਤੋਂ ਬਚ ਕੇ ਥੋੜਾ ਜਿਹਾ ਆਪਣੀਆਂ ਅੱਖਾਂ ਖੋਲ ਕੇ ਇਸ ਅੰਦੋਲਨ ਦੇ ਵਿੱਚ ਬੈਠੋ, ਇਸ ਧਰਨੇ ਦੇ ਵਿੱਚ ਬੈਠੋ, ਤਾਂ ਕਿ ਅਗਰ ਕੋਈ ਗੱਲਬਾਤ ਹੁੰਦੀ ਹੈ ਤੇ ਉਹ ਸਾਡੇ ਤੇ ਨਾ ਪਵੇ, ਕਿਉਂਕਿ ਇਸ ਅੰਦੋਲਨ ਨੂੰ ਖਰਾਬ ਕਰਨ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਲਗਾਤਾਰ ਹੋ ਰਹੀਆਂ ਨੇ। ਜਿੱਦਾਂ ਤੁਸੀਂ ਦੱਸਿਆ ਸ਼ਾਇਦ ਮੈਨੂੰ ਲੱਗਦਾ ਭਵਿੱਖ ਦੇ ਵਿੱਚ ਹੁੰਦੀਆਂ ਵੀ ਰਹਿਣਗੀਆਂ, ਪਰ ਸਾਨੂੰ ਚੁਕੰਨੇ ਰਹਿਣ ਦੀ ਲੋੜ ਆ, ਸੁਚੇਤ ਰਹਿਣ ਦੀ ਲੋੜ ਆ ਕਿ ਇਹ ਜਿਹੜੀਆਂ ਕੋਸ਼ਿਸ਼ਾਂ ਅਸੀਂ ਨਾਕਾਮ ਕਰਨੀਆਂ ਨੇ। ਪਰ ਇਹ ਕਾਬਿਲੇ ਤਾਰੀਫ ਹੈ ਸਾਡੇ ਪੂਰੇ ਦੇ ਪੂਰੇ ਜਿਹੜੀ ਕਿਸਾਨ ਆਗੂਆਂ ਦੀ ਟੀਮ ਹੈ ਤੇ ਅੱਗੇ ਜਿਹੜੇ ਲੀਡ ਕਰ ਰਹੇ ਨੇ ਕਿ ਉਹ ਹਰੇਕ ਪਲ ਦੇ ਉੱਤੇ ਨਜ਼ਰ ਬਣਾਈ ਰੱਖ ਰਹੇ ਨੇ ਤਾਂ ਕਿ ਇਦਾਂ ਦੀ ਕੋਈ ਵੀ ਦੁਰਘਟਨਾ ਜਿਹੜੀ ਆ ਉਹ ਨਾ ਹੋ ਸਕੇ। ਤੇ ਹੁਣ ਆਪਾਂ ਥੋੜਾ ਜਿਹਾ ਅੱਗੇ ਵਧਦੇ ਆ, ਇੱਕ ਹੋਰ ਵੀਡੀਓ ਅਸੀਂ ਤੁਹਾਡੇ ਨਾਲ ਇੱਥੇ ਸਾਂਝੀ ਕਰਨੀ ਚਾਹਾਂਗੇ। ਉਹ ਵੀਡੀਓ ਜਿਹੜੀ ਆ ਪਹਿਲਾਂ ਤੁਸੀਂ ਦੇਖ ਲਓ, ਉਸ ਤੋਂ ਬਾਅਦ ਫਿਰ ਮੈਂ ਉਹਦੇ ਬਾਰੇ ਗੱਲ ਕਰਾਂਗੀ। ਕਿੰਨੀ ਦੇਰ ਤੋਂ ਸੇਵਿੰਗ ਕਰ ਰਹੇ ਸੀਗੇ? 3 ਸਾਲ। 3 ਸਾਲ ਤੋਂ ਸੇਵਿੰਗ ਕਰ ਰਹੇ ਸੀਗੇ ਤੇ 3 ਸਾਲ ਦੀ ਸੇਵਿੰਗ ਤੁਸੀਂ ਇੱਥੇ ਕਿਉਂ ਲੈ ਕੇ ਆਏ ਹੋ? ਕਿਉਂਕਿ ਜਦ ਮੈਂ ਪਿਛਲੀ ਵਾਰ ਆਇਆ ਸੀ ਮੈਂ ਵੇਖਿਆ ਸੀ ਕਿ ਬਹੁਤ ਬਜ਼ੁਰਗ ਕਿਸਾਨ ਇੱਥੇ ਠੰਡ ਵਿੱਚ 2 ਡਿਗਰੀ ਸੈਲਸੀਅਸ ਵਿੱਚ ਸੋ ਰਹੇ ਸੀ, ਤਾਂ ਮੈਨੂੰ ਬਿਲਕੁਲ ਅੱਛਾ ਨਹੀਂ ਲੱਗਿਆ। ਮੈਂ ਘਰ ਗਿਆ ਤੇ ਮੈਂ ਰੋਣੇ ਲੱਗ ਗਿਆ। ਫਿਰ ਮੈਂ ਸੋਚਿਆ ਕਿ ਮੈਂ ਅਗਲੀ ਵਾਰ ਜਦ ਆਵਾਂਗਾ ਤਾਂ ਆਪਣੀ ਗੋਲਕ ਦੇ ਪੈਸੇ ਉਹਨਾਂ ਨੂੰ ਦੇ ਦੇਵਾਂਗਾ। ਜਦੋਂ ਦੇਖਿਆ ਸੀ ਸਾਡੇ ਕਿਸਾਨ ਜਿਹੜੇ ਨੇ ਜਾਂ ਸਾਡੇ ਇੱਥੇ ਬਜ਼ੁਰਗ ਨੇ ਉਹ ਠੰਡ ਦੇ ਵਿੱਚ ਬੈਠੇ ਨੇ ਤੇ ਕਿੱਦਾਂ ਦਾ ਲੱਗਿਆ ਸੀ? ਮੈਂ ਬਹੁਤ ਭਾਵੁਕ ਹੋ ਗਿਆ ਸੀ
ਮੈਨੂੰ ਬਿਲਕੁਲ ਅੱਛਾ ਨਹੀਂ ਲੱਗ ਰਿਹਾ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਬਜ਼ੁਰਗ ਸੀਗੀ ਤੇ ਉਸ ਦਾ ਜਦ ਮੈਂ ਟੈਂਪਰੇਚਰ ਵੇਖਿਆ ਤਾਂ ਟੈਂਪਰੇਚਰ 2 ਡਿਗਰੀ ਸੈਲਸੀਅਸ ਸੀ। ਜਦ ਅਸੀਂ ਰਾਤ ਨੂੰ ਆਪਣੀ ਕੰਬਲਾਂ 'ਚ ਬਹਿ ਕੇ ਘਰ 'ਚ ਸੌਂਦੇ ਹਨ ਤਾਂ ਇੱਕ ਕਿਸਾਨ ਸਾਡੇ ਜੋ ਅੰਨਦਾਤਾ ਹੈ ਉਹ ਇੱਥੇ ਠੰਡ ਵਿੱਚ ਸੋ ਰਿਹਾ ਸੀ। ਤੇ ਹੁਣ ਇੱਥੇ ਜਦੋਂ ਤੁਸੀਂ ਆਪਣੀ ਡੋਨੇਸ਼ਨ ਕਰਨ ਆਏ ਹੋ ਜੋ ਤੁਹਾਡੇ ਪਿਗੀ ਬੈਂਕ ਦੇ ਵਿੱਚ ਹੈਗਾ ਆ ਤੇ ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਇਸ ਪਿਗੀ ਬੈਂਕ ਦੇ ਨਾਲ ਕੁਝ ਹੋਏਗਾ? ਹਾਂਜੀ ਜ਼ਰੂਰ। ਇਹਨਾਂ ਦੇ ਪੈਸਿਆਂ ਤੋਂ ਉਹ ਕੁਝ ਖਰੀਦ ਕੇ ਉਹਨਾਂ ਨੂੰ ਕੰਬਲ ਜੋ ਵੀ ਉਹਨਾਂ ਨੂੰ ਚਾਹੀਦਾ ਉਹ ਉਹਨਾਂ ਦੀ ਨੀਡਸ ਪੂਰੀ ਕਰ ਦੇਣਗੇ। ਸੋ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਆ ਇੱਥੇ ਆਇਆ ਹੋਇਆ ਆ। ਇਹ ਉਹਨਾਂ ਦੇ ਵੱਡੇ ਭਰਾ ਨੇ ਇਸ ਬੱਚੇ ਦੇ ਤੇ ਇਹ ਵੀ ਆਪਣੀ ਜਿਹੜਾ ਪਿਗੀ ਬੈਂਕ ਲੈ ਕੇ ਆਏ ਹੋਏ ਨੇ ਡੋਨੇਸ਼ਨ ਕਰਨ ਦੇ ਲਈ। ਦਵਿੰਦਰ ਜੀ ਅਸੀਂ ਆਪਣੇ ਬਚਪਨ ਦੇ ਵਿੱਚ ਪੈਸੇ ਜਦੋਂ ਜੋੜਦੇ ਹੁੰਦੇ ਸੀਗੇ ਤੇ ਗੋਲਕ ਰੱਖਦੇ ਹੁੰਦੇ ਸੀ ਆਪਣੇ ਕੋਲੋਂ, ਬੁਗਨੀ ਰੱਖਦੇ ਹੁੰਦੇ ਸੀ ਤੇ ਉਹਦੇ ਵਿੱਚ ਅਸੀਂ ਪੈਸੇ ਜੋੜਦੇ ਸੀ। ਇੱਕ ਇੱਕ ਸਿੱਕਾ ਕਰਕੇ ਅਸੀਂ ਜੋੜ ਕੇ ਰੱਖਦੇ ਹੁੰਦੇ ਸੀ ਤੇ ਪਤਾ ਨਹੀਂ ਕਿੰਨਾ ਸਮਾਂ ਸਾਡਾ ਉਹ ਐਦਾਂ ਹੀ ਪੈਸੇ ਜੋੜਦਿਆਂ ਦਾ ਨਿਕਲ ਜਾਂਦਾ ਸੀਗਾ। ਤੇ ਜਦੋਂ ਸਾਨੂੰ ਜ਼ਰੂਰਤ ਪੈਂਦੀ ਸੀ ਤੇ ਅਸੀਂ ਉਹ ਗੋਲਕ ਦੇ ਵਿੱਚੋਂ ਨਾ ਪਿੰਨ ਜੀ ਮਾਰ ਕੇ ਤਾਂ ਪੈਸੇ ਕੱਢ ਵੀ ਲੈਂਦੇ ਸੀ ਕਿਉਂਕਿ ਗੋਲਕ ਨੂੰ ਤੋੜਦੇ ਨਹੀਂ ਹੁੰਦੇ ਸੀ। ਨਹੀਂ ਦੇਖੋ ਤੁਸੀਂ ਨਹੀਂ ਤੋੜਦੇ ਹੋਵੋਗੇ ਕਿ ਜਦੋਂ ਤਾਂ ਮੇਰੀ ਗੋਲਕ ਫੁੱਲ ਹੁੰਦੀ ਸੀ ਮੈਂ ਤਾਂ ਫਿਰ ਤੋੜਦਾ ਹੀ ਸੀਗਾ, ਫਿਰ ਨਵੀਂ ਲੈ ਕੇ ਆਉਂਦਾ ਸੀਗਾ। ਇੱਕ ਦੋ ਵਾਰੀ ਫੁੱਲ ਹੁੰਦੀ ਸੀ ਨਾ, ਸਾਡੀ ਫੁੱਲ ਹੀ ਨਹੀਂ ਹੁੰਦੀ ਸੀ। ਚੱਕਰ ਤੇ ਹੈ ਨਾ ਕਿਉਂਕਿ ਮੈਂ ਖਰਚੀਲਾ ਘੱਟ ਆ, ਇਸ ਕਰਕੇ ਮੈਂ ਪੈਸੇ ਦੀ ਬਚਤ ਕਰਦਾ ਆ, ਮੈਂ ਬੜਾ ਪੈਸਾ ਨਹੀਂ ਖਰਚਦਾ। ਪਰ ਜਿਹੜੀ ਆ ਵੀਡੀਓ ਦੇਖੀ ਆ ਤੁਸੀਂ ਵੀਡੀਓ ਵਿੱਚ ਦੇਖੋ ਕਿ ਇੱਕ ਬੱਚਾ 3 ਸਾਲ ਤੋਂ ਆਪਣੇ ਪੈਸੇ ਜੋੜ ਰਿਹਾ ਸੀ ਤੇ ਉਹ ਆਪਣੀ ਗੋਲਕ ਲੈ ਕੇ ਸੰਘਰਸ਼ ਵਿੱਚ ਪਹੁੰਚਿਆ। ਜੀ ਗੋਲਕ ਲੈ ਕੇ ਸੰਘਰਸ਼ 'ਚ ਪਹੁੰਚਿਆ ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਇੰਨੇ ਸਮੇਂ ਤੋਂ ਉਹ ਬੱਚਾ ਇੱਕ ਪੈਸੇ ਜੋੜ ਰਿਹਾ। ਜੇ ਅਸੀਂ ਹੁਣ ਆਪਣੀ ਗੱਲ ਕਰਦੇ ਆਂ ਜਾਂ ਬੱਚਿਆਂ ਦੀ ਅੱਜ ਕੱਲ ਦੀ ਗੱਲ ਕਰਦੇ ਆਂ ਕਿ ਉਹ ਪਾਕਟ ਮਨੀ ਪਹਿਲਾਂ ਤਾਂ ਘੱਟ ਜੋੜਦੇ ਨੇ ਤੇ ਜੇ ਜੋੜਦੇ ਵੀ ਨੇ ਨਾ ਤੇ ਉਹਨੂੰ ਸਾਂਭ ਕੇ ਰੱਖਦੇ ਆ ਕਿ ਮੈਂ ਇਸ ਨੂੰ ਇੱਥੇ ਖਰਚਾਂਗਾ, ਮੈਂ ਇਹਦੇ ਆ ਖਿਡੌਣਾ ਲਾਉਂਗਾ। ਉਹਨਾਂ ਨੇ ਨਾ ਇੱਕ ਟਾਰਗੇਟ ਮਿੱਥਿਆ ਹੁੰਦਾ ਕਿ ਮੈਂ ਆ ਚੀਜ਼ ਲੈਣੀ ਆ ਜਾਂ ਆ ਲੈਣੀ ਆ ਜੀ, ਹੈ ਨਾ। ਸੋ ਪਰ ਉਸ ਤੋਂ ਬਾਅਦ ਕੀ ਹੁੰਦਾ ਆ ਕਿ ਅਸੀਂ ਕਦੇ ਸੋਚਦੇ ਨਹੀਂ ਸੀਗੇ ਜਾਂ ਸੋਚਿਆ ਵੀ ਨਹੀਂ ਸੀਗਾ ਕਿ ਅਸੀਂ ਆਪਣੇ ਜਿਹੜੀ ਗੋਲਕ ਦੇ ਵਿੱਚ ਪੈਸੇ ਜੋੜੇ ਆ ਉਹ ਕਿਸੇ ਇਸ ਇਦਾਂ ਦੀ ਸੇਵਾ ਦੇ ਲੇਖੇ ਲਾਵਾਂਗੇ, ਹੈ ਨਾ। ਤੇ ਇਹ ਬੱਚੇ ਉੱਥੇ ਪਹੁੰਚੇ, ਦਿੱਲੀ ਸਿੰਘੂ ਬਾਰਡਰ ਦੇ ਉੱਤੇ ਪਹੁੰਚੇ ਤੇ ਇਹ ਆਪਣੀ ਗੋਲਕ ਲੈ ਕੇ ਬੱਚਾ ਪਹੁੰਚਿਆ ਸੀਗਾ ਜਿਹਦੀ ਵੀਡੀਓ ਤੁਸੀਂ ਹੁਣੇ ਦੇਖੀ। ਤੇ ਇਸ ਬੱਚੇ ਨੂੰ ਜਦੋਂ ਮੈਂ ਗੋਲਕ ਦੇ ਨਾਲ ਦੇਖਿਆ ਨਾ ਪਹਿਲਾਂ ਤਾਂ ਮੈਂ ਥੋੜਾ ਅੰਦਰੋਂ ਭਾਵੁਕ ਜੀ ਹੋ ਗਈ ਔਰ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਕਿ ਅਸੀਂ ਤਾਂ ਕਦੇ ਇਦਾਂ ਸੋਚਿਆ ਹੀ ਨਹੀਂ ਸੀਗਾ ਕਿ ਅਸੀਂ ਇਸ ਤਰੀਕੇ ਨਾਲ ਵੀ ਸੇਵਾ ਕਰ ਸਕਦੇ ਹਾਂ। ਬਿਲਕੁਲ। ਹੁਣ ਉਸ ਗੋਲਕ 'ਚ ਕਿੰਨੇ ਕੁ ਪੈਸੇ ਹੋਣਗੇ ਪਰ ਉਸ ਬੱਚੇ ਦੇ ਦਿਲ ਦੇ ਵਿੱਚ ਕਿੰਨੀਆਂ ਗੱਲਾਂ ਹੋਣਗੀਆਂ ਤੁਸੀਂ ਵੀਡੀਓ 'ਚ ਹਾਂਜੀ ਤੁਸੀਂ ਇਸ ਵੀਡੀਓ 'ਚ ਦੇਖਿਆ, ਉਹਦੀ ਗੱਲ ਵੀ ਸੁਣੀ ਉਸ ਬੱਚੇ ਦੀ ਕਿ ਜਦੋਂ ਉਹ ਪਿਛਲੇ ਸਮੇਂ ਮਤਲਬ ਜਿਸ ਦਿਨ ਉਹ ਆਇਆ ਉਸ ਤੋਂ ਥੋੜੇ ਦਿਨ ਪਹਿਲਾਂ ਉਹ ਉੱਥੇ ਦਿੱਲੀ ਪਹੁੰਚਿਆ ਸੀ ਤੇ ਉਸ ਬੱਚੇ ਨੇ ਦੱਸਿਆ ਕਿ ਮੈਂ ਇਹ ਦੇਖਿਆ ਇੱਥੇ ਬਜ਼ੁਰਗ ਵਿਚਾਰੇ ਜਿਹੜੇ ਨੇ ਉਹ ਸੜਕਾਂ ਤੇ ਸੁੱਤੇ ਹੋਏ ਨੇ, ਉਹਨਾਂ ਨੂੰ ਠੰਡ ਵੀ ਲੱਗ ਰਹੀ ਹੈ, ਰਜਾਈਆਂ ਦੀ ਕਮੀ ਵੀ ਜਿਹੜੀ ਉੱਥੇ ਦੇਖਣ ਨੂੰ ਮਿਲ ਰਹੀ ਸੀਗੀ ਤੇ ਬਾਰਿਸ਼ ਵੀ ਹੋ ਰਹੀ ਹੈ, ਲੰਗਰ ਲੱਗ ਰਿਹਾ ਆ ਭਾਵੇਂ ਜਿੱਦਾਂ ਮਰਜ਼ੀ ਆ। ਪਰ ਉਸ ਬੱਚੇ ਦੇ ਬਿਆਨ ਸੁਣਨ ਵਾਲੇ ਸੀ, ਉਸਨੇ ਕਿਹਾ ਕਿ ਮੇਰਾ ਦਿਲ ਬਹੁਤ ਜ਼ਿਆਦਾ ਦੁਖੀ ਹੋਇਆ, ਮੈਂ ਰੋਣ ਲੱਗ ਗਿਆ ਸੀ ਤੇ ਮੈਂ ਪਾਪਾ ਨੂੰ ਕਿਹਾ ਕਿ ਪਾਪਾ ਇਦਾਂ ਸਾਰੇ ਇੱਥੇ ਕਿਉਂ ਨੇ, ਇਹਨਾਂ ਦੀ ਸੇਵਾ ਜਿਹੜੀ ਹੈ ਅਸੀਂ ਕਿੱਦਾਂ ਕਰ ਸਕਦੇ ਹਾਂ, ਇਹਨਾਂ ਨੂੰ ਅਸੀਂ ਕੀ ਦੇ ਸਕਦੇ ਹਾਂ। ਤੇ ਫਿਰ ਜਦੋਂ ਪਾਪਾ ਨੇ ਕਿਹਾ ਕਿ ਅਸੀਂ ਤਾਂ ਸਿਰਫ ਸੇਵਾ ਕਰ ਸਕਦੇ ਹਾਂ, ਇਹਨਾਂ ਦੀ ਇੱਥੇ ਆ ਕੇ ਦੇਖਭਾਲ ਕਰ ਸਕਦੇ ਹਾਂ, ਨਾਲ ਅਸੀਂ ਖੜੇ ਹੋ ਸਕਦੇ ਹਾਂ। ਪਰ ਉਸ ਬੱਚੇ ਨੇ ਇਹ ਕਿਹਾ ਕਿ ਜਿਹੜੇ ਮੇਰੇ ਕੋਲ ਸੇਵਿੰਗ ਹੈ ਨਾ, ਮੇਰੀ ਗੋਲਕ ਹੈ, ਉਹ ਮੈਂ ਇੱਥੇ ਜ਼ਰੂਰ ਡੋਨੇਟ ਕਰਾਂਗਾ। ਤੇ ਅਗਲੀ ਵਾਰ ਉਹਦਾ ਪੂਰਾ ਪਰਿਵਾਰ ਆਇਆ ਉਹ ਗੋਲਕ ਨੂੰ ਲੈ ਕੇ ਤੇ ਉਹ ਗੋਲਕ ਜਿਹੜੀ ਆ ਉਸ ਸੇਵਾ ਦੇ ਵਿੱਚ ਉਸ ਬੱਚੇ ਦੀ ਤੁਸੀਂ ਸੋਚ ਦੇਖੋ, ਜੇ ਉਹ ਬੱਚਾ ਹੁਣੇ ਇਹ ਸੋਚ ਦਾ ਮਾਲਕ ਹੈ ਤੇ ਅੱਗੇ ਜਾ ਕੇ ਉਹਦੀ ਸੋਚ ਕਿੱਥੇ ਤੱਕ ਜਾਏਗੀ। ਜੀ ਤੇ ਬੜਾ ਖੁਸ਼ਕਿਸਮਤ ਬੱਚਾ ਕਿ ਇਸ ਅੰਦੋਲਨ ਦਾ, ਇਸ ਇਤਿਹਾਸ ਦਾ ਜੋ ਇਤਿਹਾਸ ਬਣ ਰਿਹਾ ਹੈ ਉਹਦਾ ਇੱਕ ਹਿੱਸਾ ਬਣਿਆ। ਜੀ ਸੋ ਗੱਲ ਇਹੀ ਹੈ ਕਿ ਚਾਹੇ ਜਿਹਦੇ ਕੋਲੋਂ ਕੁਝ ਵੀ ਸਰਦਾ ਆ ਉਹ ਜ਼ਰੂਰ ਕਰੇ, ਇਹਦੇ ਵਿੱਚ ਸੇਵਾ ਜ਼ਰੂਰ ਪਾਵੇ ਤੇ ਯੋਗਦਾਨ ਜ਼ਰੂਰ ਦੇਵੇ, ਚਾਹੇ ਇੱਕ ਦਿਨ ਲਈ ਕਿਉਂ ਨਾ ਤੁਸੀਂ ਜਾ ਪਾਓ ਉਸ ਅੰਦੋਲਨ ਦੇ ਵਿੱਚ ਜ਼ਰੂਰ ਪਹੁੰਚੋ। ਮੈਂ ਵੀ ਇਹੀ ਗੱਲ ਕਹਿਣ ਲੱਗਾ ਸੀ, ਚਾਹੇ ਇੱਕ ਦਿਨ ਵਾਸਤੇ ਜਾਓ ਪਰ ਉਸ ਇਤਿਹਾਸ ਦਾ ਹਿੱਸਾ ਜ਼ਰੂਰ ਬਣੋ। ਜੀ ਤੇ ਬਾਕੀ ਤੁਸੀਂ ਜਿਹੜੀਆਂ ਵੀ ਗੱਲਾਂ ਘਰੇ ਬੈਠ ਕੇ ਸੁਣ ਰਹੇ ਹੋ ਜਾਂ ਟੀਵੀ ਰਾਹੀਂ ਦੇਖ ਰਹੇ ਹੋ, ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਹੋ, ਜੇਕਰ ਤੁਸੀਂ ਉੱਥੇ ਜਾ ਕੇ ਦੇਖੋਗੇ ਤੁਹਾਨੂੰ ਉੱਥੇ ਜਾ ਕੇ ਲੋਕਾਂ ਨਾਲ ਜੁੜਨ ਦਾ ਮੌਕਾ ਮਿਲੂਗਾ। ਉੱਥੇ ਜਾ ਕੇ ਤੁਸੀਂ ਤਸਵੀਰ ਬੜੀ ਚੰਗੀ ਤਰੀਕੇ ਦੇ ਨਾਲ ਦੇਖ ਸਕਦੇ ਹੋ ਕਿ ਸਾਡੇ ਜਿਹੜੇ ਕਿਸਾਨ ਨੇ, ਬਜ਼ੁਰਗ ਨੇ ਜਾਂ ਮਾਤਾ ਆ ਜਾਂ ਫਿਰ ਬੱਚੇ ਨੇ, ਉਹ ਉੱਥੇ ਇੰਨੇ ਸਮੇਂ ਤੋਂ ਪਹੁੰਚੇ ਹੋਏ ਨੇ ਤੇ ਉਹ ਉੱਥੇ ਕਿੱਦਾਂ ਰਹਿ ਰਹੇ ਨੇ। ਹੁਣ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਇਸ ਗੱਲ ਦਾ ਇਲਮ ਤਾਂ ਹੋ ਹੀ ਗਿਆ ਹੋਵੇਗਾ ਕਿ ਜੇਕਰ ਅਸੀਂ ਜਲਦੀ ਫੈਸਲਾ ਨਾ ਸੁਣਾਇਆ ਤੇ ਅੱਗੇ ਬਹੁਤ ਸਾਰੀਆਂ ਰਣਨੀਤੀਆਂ ਜਿਹੜੀਆਂ ਕਿਸਾਨਾਂ ਵੱਲੋਂ ਬਣਾਈਆਂ ਗਈਆਂ ਨੇ ਉਹ ਵੀ ਸਾਨੂੰ ਦੇਖਣੀਆਂ ਪੈਣਗੀਆਂ ਤੇ ਉਹ ਬਣ ਚੁੱਕੀਆਂ ਨੇ। ਜਦੋਂ 4 ਤਰੀਕ ਦੀ ਮੀਟਿੰਗ ਹੋਈ ਹੈ, 4 ਤਰੀਕ ਦੀ ਮੀਟਿੰਗ ਤੋਂ ਪਹਿਲਾਂ ਹੀ ਕਿਸਾਨ ਲੀਡਰਾਂ ਨੇ ਪ੍ਰੈਸ ਕਾਨਫਰੰਸ
ਕਾਨਫਰੰਸ ਰਾਹੀਂ ਅਗਲੀ ਰਣਨੀਤੀ ਜਿਹੜੀ ਦੱਸ ਦਿੱਤੀ ਸੀਗੀ ਕਿ ਵੀ ਅਸੀਂ ਇਸ ਦਿਨ ਆ ਚੀਜ਼ ਕਰਾਂਗੇ, ਜਿੱਦਾਂ ਕਿ 26 26 ਜਨਵਰੀ ਨੂੰ ਜਿੱਦਾਂ ਕਿਸਾਨ ਜਿਹੜਾ ਹੋ ਰਿਹਾ ਆ ਕਿਸਾਨ ਮਾਰਚ ਕਹ ਲੋ, ਕਿਸਾਨ ਪਰੇਡ ਕਹ ਲੋ, ਇਹ ਚੀਜ਼ ਹੋ ਰਹੀ ਆ, ਟਰੈਕਟਰ ਮਾਰਚ ਵੀ ਹੋ ਰਿਹਾ ਆ ਤੇ ਕਿਸਾਨਾਂ ਨੇ ਇਹ ਵੀ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਜਿਹੜੇ ਦਿੱਲੀ ਨਹੀਂ ਪਹੁੰਚ ਸਕਦੇ ਉਹ ਆਪਣੇ ਆਪਣੇ ਸ਼ਹਿਰ ਦੇ ਵਿੱਚ ਜੇ ਹੋ ਸਕਦਾ ਹੈ ਤੇ ਟਰੈਕਟਰ ਰੈਲੀ ਜ਼ਰੂਰ ਕੱਢਣ। ਜੀ ਤੇ ਇੱਕ ਚੀਜ਼ ਹੋ ਰਿਹਾ, ਲੋਹੜੀ ਵਾਲੇ ਦਿਨ 13 ਜਨਵਰੀ ਨੂੰ ਉੱਥੇ ਇੱਕ ਚੀਜ਼ ਇਹ ਵੀ ਉਹਨਾਂ ਨੇ ਐਲਾਨ ਕੀਤੀ ਆ ਕਿ ਜਿਹੜੇ ਇਹ ਬਿੱਲ ਨੇ ਇਹ ਪਾੜੇ ਜਾਣਗੇ। ਜੀ ਬਹੁਤ ਸਾਰੀਆਂ ਰਣਨੀਤੀਆਂ ਜਿਹੜੀਆਂ ਅਗਲੀਆਂ ਬਣ ਚੁੱਕੀਆਂ ਆ, ਉਹ ਅਸੀਂ ਅਗਲੇ ਐਪੀਸੋਡ 'ਚ ਵੀ ਡਿਸਕਸ ਜ਼ਰੂਰ ਕਰਾਂਗੇ, ਸਾਂਝੀਆਂ ਕਰਾਂਗੇ। ਤੇ ਆਹ ਵੀਡੀਓਜ਼ ਅਸੀਂ ਉੱਥੋਂ ਰਿਕਾਰਡ ਕੀਤੀਆਂ ਨੇ ਤੇ ਉੱਥੋਂ ਲੋਕ ਜਿਹੜੇ ਆਏ ਹੋਏ ਸੀ ਉਹਨਾਂ ਦੀਆਂ ਗੱਲਾਂ ਬਾਤਾਂ ਰਿਕਾਰਡ ਕਰਕੇ ਤੁਹਾਡੇ ਨਾਲ ਸਾਂਝੀਆਂ ਤੇ ਕੀਤੀਆਂ ਪੂਜਾ ਨੇ। ਜੀ ਇੱਕ ਗੱਲ ਹੋਰ ਇੱਥੇ ਆਪਾਂ ਦਰਸ਼ਕਾਂ ਨੂੰ ਦੱਸਣਾ ਚਾਹੂੰਗੇ ਕਿ ਜਿਹੜਾ ਅੰਦੋਲਨ ਆ ਇਹ ਦਿਨੋਂ ਦਿਨ ਵੱਧ ਰਿਹਾ ਆ, ਘਟ ਨਹੀਂ ਰਿਹਾ। ਸ਼ਾਇਦ ਇਹ ਗੱਲ ਸਰਕਾਰ ਤੱਕ ਵੀ ਪਹੁੰਚ ਜਾਵੇ ਕਿ ਜਿਹੜਾ ਅੰਦੋਲਨ ਆ, ਜਿਹੜਾ ਘੋਲ ਆ, ਇਹ ਦਿਨੋਂ ਦਿਨ ਵੱਧ ਰਿਹਾ ਆ। ਕਿਤੇ ਭੁਲੇਖੇ ਵਿੱਚ ਨਾ ਬੈਠਿਓ ਕਿ ਲੋਕ ਮੀਂਹ ਤੋਂ ਡਰਦੇ ਜਾਂ ਹਨੇਰੀ ਤੋਂ ਡਰਦੇ ਘਰ ਵਾਪਸ ਆ ਜਾਣਗੇ। ਉਹਨਾਂ ਵਿੱਚ ਜਜ਼ਬਾ ਬਹੁਤ ਹੈ, ਉਹਨਾਂ ਵਿੱਚ ਤਾਕਤ ਬਹੁਤ ਹੈ, ਕਿਉਂਕਿ ਸਾਡੀ ਕੌਮ ਉਹ ਆ ਜਿਹੜੀ ਸ਼ੁਰੂ ਤੋਂ ਇਸ ਚੀਜ਼ਾਂ ਨਾਲ ਲੜਦੀ ਆ ਰਹੀ ਆ। ਜੀ ਇਤਿਹਾਸ ਤਾਂ ਹੁਣ ਤੁਸੀਂ ਦੇਖ ਹੀ ਲਿਆ ਹੈ ਤੇ ਹੁਣ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਮੁਲਾਕਾਤ ਹੋਵੇਗੀ ਅਗਲੇ ਵਿਸ਼ੇ ਦੇ ਨਾਲ। ਉਦੋਂ ਤੱਕ ਦੇ ਲਈ ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ ਤੇ ਤੁਹਾਨੂੰ ਵੀ ਇਜਾਜ਼ਤ ਲੈਣੀ ਪੈਣੀ ਹੈ, ਸਾਨੂੰ ਦੋਹਾਂ ਨੂੰ ਹੀ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਮੁਲਾਕਾਤ ਹੋਵੇਗੀ। ਤਦ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਸਾਡੇ ਦੋਹਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।